ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਕਛੁ ਕੰਚਨ ਭਇਆ ਸ਼ਬਦ ਗੁਰ ਸਰਵਣਿ ਸੁਣਿਆ। ਬਿਖ ਤੇ ਅੰਮ੍ਰਿਤ ਹੋਇਆ ਨਾਮ ਸਤਿਗੁਰ ਮੁਖ ਭਣਿਆ। ਲੋਹਾ ਹੋਇਆ ਲਾਲ ਨਦਰ ਜਦ ਸਤਿਗੁਰ ਧਾਰੈ। ਪਾਹਨ ਮਾਣਕ ਕਰੈ ਗਿਆਨ ਗੁਰ ਕਹਿਆ ਵਿਚਾਰੈ। ਕਾਠਹੁ ਸ੍ਰੀ ਖੰਡ ਸਤਿਗੁਰ ਕੀਆ ਦੁਖ ਦਰਿਦ੍ਰ ਤਿਨ ਕੀ ਗਏ। ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੀਤ ਸੁਰ ਨਰ ਭਏ। ਮੈਂ ਭਗਤ ਕੀ ਪੰਦ ਨਾ ਕਰਨੀ ਕੀ ਕਾਰ। ਹਉ ਬਿਗੜੈ ਰੂਪ ਰਹਾ ਬਿਕਰਾਲ। ਤੇਰਾ ਏਕ ਨਾਮ ਤਾਰੇ ਸੰਸਾਰ। ਮੈਂ ਏਹਾ ਆਸ ਏਹੋ ਆਧਾਰ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਲੀਜੈ। ਮੂਕ ਉਚਰੈ ਸਾਸਤ੍ਰ ਖਟ ਪਿੰਗ ਗਿਰਨ ਚੜ ਜਾਈ। ਅੰਧ ਲਖੈ ਬਦਰੁ ਸੁਨੈ ਜੋ ਕਿਹ ਕਾਲ ਕਿਰਪਾ ਕਰਾਈ। ਅੰਧ ਲਖੈ ਬਦਰੁ ਸੁਨੈ ਜੋ ਕਾਲ ਕਿਰਪਾ ਕਰਾਈ। ਬੇਸਮਾਰ ਅਥਾਹ
ਅਗਨਿਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਕਰ ਮੱਕਾ ਕਿਬਲਾ ਕਰ ਦੇਹੀ। ਬੋਲਨ ਹਾਰ ਪਰਮ ਪਰ ਏਹੀ। ਮਨ ਕਰ ਮੱਕਾ ਕਿਬਲਾ ਕਰ ਦੇਹੀ। ਬੋਲਨ ਹਾਰ ਪਰਮ ਪਰ ਏਹੀ। ਕਹੋ ਰੇ ਮੁਲਾ ਬਾਗ ਨਿਵਾਜ। ਏਕ ਮਸੀਤ ਦਸੈ ਦਰਵਾਜ। ਰਹਾਉ ਮੈਸ ਮਿਲ ਤਾਮਸ ਪਰਮ ਕਦੂਰੀ। ਮਿਸ ਮਿਲ ਤਾਮਸ ਪਰਮ ਕਦੂਰੀ। ਆਖ ਲੈ ਕੱਚੈ ਹੋਏ ਸਪੂਰੀ। ਹਿੰਦੂ ਤੁਰਕ ਕਾ ਸਾਹਿਬ ਏਕ। ਕਹਿ ਕਰੈ ਮੁਲਾ ਕਹਿ ਕਰੈ ਸੇਖ। ਕਹੇ ਕਬੀਰ ਹੋ ਭਇਆ ਦੀਵਾਨਾ। ਮੁਸ ਮੁਸ ਮਨੁਆ ਸਹਿਜ ਸਮਾਨਾ। ਕਹੇ ਕਬੀਰ ਹੋ ਭਇਆ ਦੀਵਾਨਾ। ਮੁਸ ਮੁਸ ਮਨੁਆ ਸਹਿਜ ਸਮਾਨਾ। ਮਨ ਕਰ ਮੱਕਾ ਕਿਬਲਾ ਕਰ ਦੇਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਤਖਤ ਚਬਰ ਛਤਰ ਦੇ ਮਾਲਕ। ਜੁਗ ਜੁਗ ਅਟਲ ਪਤਿਤ ਪਾਵਨ ਭਗਤ ਵਛਲ ਕਰਨਾ ਨਿਧਾਨ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਚੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦਇਆ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਪੰਜ ਬਾਣੀਆਂ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਭ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦਇਆ ਸਦਕਾ ਗੁਰੂ ਚਰਨਾਂ ਵਿੱਚ ਜੁੜ ਕਰਕੇ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤ ਸੰਗਤ ਕਿਸ ਨੂੰ ਕਹਿੰਦੇ ਹਨ? ਜਿੱਥੇ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਹੋਵੇ, ਸਿਫਤ ਸਲਾਹ ਹੋਵੇ, ਜਿੱਥੇ ਇੱਕ ਨਾਮ ਨੂੰ ਹੀ ਕਥਨ ਕੀਤਾ ਜਾਂਦਾ ਹੈ,
ਇੱਕ ਨਾਮ ਹੀ ਸਤਿਗੁਰੂ ਕਹਿੰਦੇ ਭਾਈ ਸਾਰੇ ਜੀਵਾਂ ਦੇ ਸਿਰ 'ਤੇ ਹੁਕਮ ਹੈ, ਉਹ ਹੈ ਵਾਹਿਗੁਰੂ ਦਾ ਨਾਮ। ਸੰਸਾਰ ਵਿੱਚ ਜੀਵ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਸਤੇ ਆਉਂਦਾ ਹੈ, ਔਰ ਮਹਾਰਾਜ ਕਹਿੰਦੇ ਜਦੋਂ ਇਹ ਪਰਮਾਤਮਾ ਨੂੰ ਭੁੱਲ ਕਰਕੇ ਸੰਸਾਰ ਦੇ ਵਿੱਚ ਜੋ ਕੁਝ ਵੀ ਕਰਦਾ ਹੈ, ਇਸ ਦਾ ਕੀਤਾ ਹੋਇਆ ਵਿਅਰਥ ਹੈ। ਨਾਮ ਨੂੰ ਜਪ ਕਰਕੇ ਪਰਮਾਤਮਾ ਨੂੰ ਜੀਵ ਆਪਣੀ ਯਾਦ ਵਿੱਚ ਵਸਾ ਸਕਦਾ ਹੈ, ਔਰ ਉਹ ਨਾਮ ਸਤ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਜਿੱਥੇ ਸਤਿਗੁਰੂ ਕਹਿੰਦੇ ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕੇਤਕ ਫੱਕੜੇ ਸਭ ਮੁਕਦੀ ਚੱਲੀ ਰੈਣ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਸਤਿਗੁਰੂ ਮਹਾਰਾਜ ਜੀ ਨੇ ਇਹ ਸਾਡੇ 'ਤੇ ਦਇਆ ਕੀਤੀ ਹੈ। ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਜੀ ਰੋਜ਼ਾਨਾ ਸਰਵਣ ਕਰਦੇ ਹੋ। ਸਮਾਂ ਹੋਇਆ ਹੈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਕਰ ਮੁਕਾ ਕਿਬਲਾ ਕਰ ਦੇਹੀ। ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਭਗਤ ਰਸਨਾ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਭਗਤ ਕਬੀਰ ਜੀ ਦਾ ਭੈਰੋ ਰਾਗ ਦੇ ਵਿੱਚ ਇਹ 5ਵਾਂ ਸ਼ਬਦ ਹੈ, ਜਿੱਥੇ ਭਗਤ ਜੀ ਨੇ ਸਾਨੂੰ ਉਪਦੇਸ਼ ਬਖਸ਼ੇ ਹਨ। ਸਾਧ ਸੰਗਤ, ਭਗਤ ਕਬੀਰ ਜੀ ਦੇ ਕੋਲ ਕੁਝ ਬ੍ਰਾਹਮਣ ਤੇ ਕੁਝ ਮੁਸਲਮਾਨ ਚੱਲ ਕਰਕੇ ਆਏ। ਉਸ ਸਮੇਂ ਜੋ ਬ੍ਰਾਹਮਣ ਸਨ, ਉਹਨਾਂ ਨੇ ਭਗਤ ਜੀ ਨੂੰ ਦੇਵਤਿਆਂ ਦੀ ਵਡਿਆਈ ਕੀਤੀ, ਕਿਹਾ ਕਿ ਇਹ ਦੇਵਤੇ ਬਹੁਤ ਵੱਡੇ ਹਨ, ਬਹੁਤ ਮਹਾਨ ਹਨ। ਤਦੋਂ ਭਗਤ ਜੀ ਨੇ ਉਹਨਾਂ ਦੇ ਤਾਈਂ ਇੱਕ ਸ਼ਬਦ ਉਚਾਰਨ ਕੀਤਾ ਕਿ ਭਾਈ ਮੈਲਾ ਬ੍ਰਹਮਾ ਮੈਲਾ ਇੰਦ, ਰਵ ਮੈਲਾ ਮੈਲਾ ਹੈ ਚੰਦ। ਬ੍ਰਹਮਾ ਵੀ ਮੈਲਾ ਹੈ, ਇੰਦਰ ਵੀ ਮੈਲਾ ਹੈ, ਰਬ ਸੂਰਜ ਵੀ ਮੈਲਾ ਹੈ ਤੇ ਚੰਦਰਮਾ ਵੀ ਮੈਲਾ ਹੈ। ਜਿਸ ਦੇ ਵਿੱਚ ਮਲੀਨਤਾ ਹੋਵੇ, ਔਗਣ ਹੋਣ, ਉਸ ਨੂੰ ਮੈਲਾ ਕਿਹਾ ਜਾਂਦਾ ਹੈ। ਮੈਲਾ ਮਲਤਾ ਇਹੋ ਸੰਸਾਰ, ਇਹ ਸਾਰਾ ਹੀ ਸੰਸਾਰ ਮਲੀਨਤਾ ਦੇ ਨਾਲ, ਮੈਲ ਦੇ ਨਾਲ ਭਰਿਆ ਹੋਇਆ ਹੈ। ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ, ਇੱਕ ਪਰਮਾਤਮਾ ਹੀ ਨਿਰਮਲ ਹੈ, ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜਾਂ ਪਰਮਾਤਮਾ ਦੇ ਭਗਤ
ਜੋ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਸਿਫਤ ਸਲਾਹ ਕਰਦੇ ਨੇ, ਉਹ ਨਿਰਮਲ ਹਨ। ਨਿਰਮਲ ਤੇ ਜੋ ਰਾਮਹਿ ਜਾਨ। ਉਸ ਸਮੇਂ ਸਾਧ ਸੰਗਤ ਭਗਤ ਜੀ ਦੇ ਕੋਲ ਇੱਕ ਮੁਸਲਮਾਨ ਮੌਲਾਣਾ ਬੈਠਾ ਸੀ। ਉਸਨੇ ਕਿਹਾ, ਭਗਤ ਜੀ ਤੁਸੀਂ ਸੱਚੀ ਗੱਲ ਕੀਤੀ ਹੈ, ਤੁਸੀਂ ਮੇਰੇ ਹੱਕ ਵਾਲੀ ਗੱਲ ਕੀਤੀ ਹੈ ਕਿ ਇਹ ਹਿੰਦੂਆਂ ਦੇ ਜੋ ਦੇਵਤੇ ਹਨ ਮਲੀਨਤਾ ਵਾਲੇ ਨੇ, ਔਰ ਮੈਂ ਜਾਣ ਗਿਆ ਹਾਂ ਕਿ ਤੁਸੀਂ ਪੱਕੇ ਮੁਸਲਮਾਨ ਹੋ। ਤੁਸੀਂ ਮੇਰੇ ਨਾਲ ਚੱਲੋ, ਆਪਾਂ ਮੱਕੇ ਚੱਲਦੇ ਹਾਂ, ਉੱਥੇ ਜ਼ਿਆਰਤ ਕਰਿਓ। ਇਸ ਤਰ੍ਹਾਂ ਭਗਤ ਜੀ ਨੂੰ ਸਿੱਖਿਆ ਦੇਣ ਲੱਗਿਆ। ਤਾਂ ਉਸ ਸਮੇਂ ਸਾਧ ਸੰਗਤ ਭਗਤ ਕਬੀਰ ਜੀ ਮਹਾਰਾਜ ਨੇ ਇਸ ਮੁਸਲਮਾਨ ਮੌਲਾਣੇ ਦੇ ਤਾਈਂ ਸਮਝਾਉਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ, ਮਨ ਕਰ ਮੱਕਾ ਕਿਬਲਾ ਕਰ ਦੇਹੀ। ਭਗਤ ਜੀ ਕਹਿੰਦੇ, ਮੌਲਾਣਿਆਂ, ਜਿਹੜਾ ਇਹ ਮਨ ਹੈ ਉਸ ਦੇ ਤਾਈਂ ਮੱਕਾ ਬਣਾਉਣਾ ਕਰੀਏ। ਮੱਕਾ ਸਾਧ ਸੰਗਤ ਜਿੱਥੇ ਮੁਸਲਮਾਨ ਇਸਲਾਮ ਧਰਮ ਦੇ ਲੋਕ ਜ਼ਿਆਰਤ ਕਰਨ ਵਾਸਤੇ ਜਾਂਦੇ ਨੇ, ਹੱਜ ਕਰਨ ਵਾਸਤੇ ਜਾਂਦੇ ਹਨ। ਮੱਕਾ ਸ਼ਹਿਰ ਦਾ ਨਾਮ ਹੈ ਔਰ ਉਸ ਦੇ ਵਿੱਚ ਕਾਬਾ ਬਣਿਆ ਹੋਇਆ ਹੈ, ਜਿਸ ਨੂੰ ਸ਼ਿਵਲਿੰਗ ਕਿਹਾ ਜਾਂਦਾ ਹੈ। ਔਰ ਉੱਥੇ ਜਾ ਕਰਕੇ ਦਸਤ ਪੋਚੀ ਕਰਦੇ ਹਨ ਔਰ ਉਸ ਦੇ ਚਰਨਾਮ੍ਰਿਤ ਨੂੰ ਲੈਂਦੇ ਨੇ। ਇਸ ਤਰ੍ਹਾਂ ਕੁਝ ਲੋਕ ਜੋ ਹੱਜ ਕਰਨ ਜਾਂਦੇ ਨੇ, ਉੱਥੇ ਭਗਤ ਜੀ ਕਹਿੰਦੇ, ਭਾਈ ਜਿਹੜਾ ਆਪਣਾ ਮਨ ਹੈ ਇਸ ਦੇ ਤਾਈਂ ਮੱਕਾ ਬਣਾਉਣਾ ਕਰੀਏ, ਔਰ ਜਿਹੜੀ ਇਹ ਦੇਹੀ ਹੈ, ਸਰੀਰ ਹੈ, ਇਸ ਨੂੰ ਕਿਬਲਾ ਕਾਬਾ ਬਣਾ ਲੈਣਾ ਕਰੀਏ। ਜਿਵੇਂ ਚਾਰ ਦੁਆਰੀ ਕੀਤੀ ਹੋਈ ਹੈ ਸ਼ਿਵਲਿੰਗ ਦੇ ਦੁਆਲੇ, ਇਸ ਤਰ੍ਹਾਂ ਜਿਹੜਾ ਇਹ ਸਰੀਰ ਹੈ ਇਸ ਨੂੰ ਤਾਂ ਕਾਇਆ ਨੂੰ ਕਾਬਾ ਬਣਾ ਲਈਏ, ਔਰ ਇਸ ਦੇ ਵਿੱਚ ਰਹਿਣ ਵਾਲਾ ਜਿਹੜਾ ਮਨ ਹੈ ਉਸ ਨੂੰ ਮੱਕਾ ਕਹਿ ਲੈਣਾ ਕਰੀਏ। ਤੇ ਜਿਹੜਾ ਉੱਥੇ ਸ਼ਿਵਲਿੰਗ ਬਣਿਆ ਹੋਇਆ ਹੈ, ਉੱਥੇ ਲੋਕ ਜਾ ਕਰਕੇ ਉਸ ਨੂੰ ਝੁਕਦੇ ਹਨ, ਦਸਤ ਪੋਚੇ ਕਰਦੇ ਨੇ। ਪਰ ਭਗਤ ਜੀ ਕਹਿੰਦੇ, ਜਿਹੜਾ ਚੇਤਨ ਹੈ, ਮਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਜੋਤ, ਉਸ ਨੂੰ ਪਰਮ ਗੁਰੂ ਬਣਾਉਣਾ ਕਰੀਏ। ਜਿਹੜਾ ਇਹ ਬੋਲਣ ਵਾਲਾ ਹੈ ਨਾ, ਇਸ ਸਰੀਰ ਦੇ ਅੰਦਰ ਮਨ ਦੇ ਵਿੱਚ ਸਭ ਦਾ ਸਾਖੀ ਰੂਪ ਹੈ, ਚੇਤਨ ਹੈ, ਉਹ ਪਰਮ ਗੁਰੂ ਹੈ। ਔਰ ਪਰਮ ਗੁਰੂ ਦੇ ਤਾਈਂ ਅਸੀਂ ਪੂਜਨਾ ਕਰਦੇ ਹਾਂ। ਜਿਹੜੀ ਅੰਸ਼ ਹੈ ਜੀਵ ਦੀ, ਉਹ ਸਾਧ ਸੰਗਤ ਜਿੱਥੇ ਸਤਿਗੁਰੂ ਮਹਾਰਾਜ ਕਹਿੰਦੇ, ਤਨ ਮਹਿ ਮਨੁਆ ਮਨ ਮਹਿ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਅੰਦਰ ਵੀ ਸੱਚੇ ਦਾ ਵਾਸ ਹੋਵੇ ਤੇ ਬਾਹਰੋਂ ਵੀ ਤਨ ਸਰੀਰ ਕਰਕੇ, ਮਨ ਕਰਕੇ ਸੱਚਾ ਹੋਵੇ। ਇਹੀ ਪਰਮ ਗੁਰੂ ਹੈ। ਜਿਵੇਂ ਗੁਰੂ ਨਾਮ ਹੈ ਵੱਡੇ ਦਾ, ਗੁਰੂ ਨਾਮ ਹੈ ਚੇਤਨ ਦਾ। ਉਹ ਪਰਮਾਤਮਾ ਜੋ ਹੈ ਜੀਵ ਦੇ ਅੰਦਰ ਚੇਤਨ ਹੋ ਕਰਕੇ ਵਸਿਆ ਹੋਇਆ ਹੈ ਔਰ ਸਾਰਿਆਂ ਦੇ ਤਾਈਂ ਬੋਲਣ ਵਾਲਾ ਹੈ। ਉਸ ਸਮੇਂ ਭਗਤ ਜੀ ਕਹਿੰਦੇ,
ਇਹ ਮੁੱਲਾਂ ਤੋਂ ਮੁੱਲਾਂ ਸਾਧ ਸੰਗਤ ਉਸ ਨੂੰ ਕਹਿੰਦੇ ਨੇ ਜਿਹੜਾ ਬੱਚਿਆਂ ਦੇ ਤਾਈਂ ਸਿੱਖਿਆ ਦੇਵੇ, ਪੜ੍ਹਾਉਣਾ ਕਰਦਾ ਹੈ। ਇਸਲਾਮ ਧਰਮ ਦੇ ਵਿੱਚ ਉਸ ਨੂੰ ਮੁੱਲਾਂ ਕਹਿੰਦੇ ਹਨ। ਕਹੋ ਰੇ ਮੁੱਲਾਂ ਬਾਂਗ ਨਿਵਾਜ, ਹੇ ਮੁੱਲਾਂ ਦੱਸ ਨਾ ਕਰ ਕਿ ਇਹੀ ਅਸਲ ਬਾਂਗ ਹੈ। ਬਾਂਗ ਸਾਧ ਸੰਗਤ ਜਿਸ ਸਮੇਂ ਨਮਾਜ਼ ਕੀਤੀ ਜਾਂਦੀ ਹੈ ਇਸਲਾਮ ਧਰਮ ਦੇ ਵਿੱਚ, ਉਸ ਸਮੇਂ ਉੱਚੀ ਆਵਾਜ਼ ਦੇ ਵਿੱਚ ਕਾਜੀ ਇਹ ਬੋਲਣਾ ਕਰਦਾ ਹੈ ਕੁਝ ਸ਼ਬਦ, ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪਰਮਾਤਮਾ ਵੱਡਾ ਹੈ, ਅੱਲਾਹੂ ਅਕਬਰ ਤੇ ਬਿਸਮਾਨ ਅੱਲਾਹ। ਇਹ ਕੁਝ ਸ਼ਬਦ ਬੋਲੇ ਜਾਂਦੇ ਨੇ ਕਿ ਪਰਮਾਤਮਾ ਸਾਰਿਆਂ ਤੋਂ ਵੱਡਾ ਹੈ। ਆਓ ਪਰਮਾਤਮਾ ਦੀ ਸਿਫਤ ਲਓ, ਆਓ ਪਰਮਾਤਮਾ ਦੀ ਸਿਫਤ ਮੁਫਤ ਲਓ। ਇਹ ਸ਼ਬਦ ਬੋਲੇ ਜਾਂਦੇ ਨੇ ਅਰਥ ਰੂਪ ਵਿੱਚ। ਤਾਂ ਉਸ ਸਮੇਂ ਭਗਤ ਕਬੀਰ ਜੀ ਬਚਨ ਕਰਦੇ ਨੇ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਈ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਮੁੱਲਾ ਮਨਾਰੇ ਉੱਪਰ ਉੱਚੀ ਥਾਂ ਤੇ ਚੜ੍ਹ ਕੇ ਇਹ ਬਾਂਗ ਦਿੰਦਾ ਹੈ ਔਰ ਕੰਨਾਂ ਵਿੱਚ ਉਂਗਲੀਆਂ ਪਾ ਲੈਂਦੇ ਨੇ ਕਿ ਸਾਨੂੰ ਇਹ ਬਾਂਗ ਦਿੰਦਿਆਂ ਕੋਈ ਹੋਰ ਆਵਾਜ਼ ਕੰਨਾਂ ਰਾਹੀਂ ਸੁਣੇ ਨਾ। ਤੇ ਉੱਚੀ ਆਵਾਜ਼ ਦੇ ਵਿੱਚ ਲੋਕਾਂ ਤਾਈਂ ਕਹਿੰਦੇ ਨੇ, ਭਾਈ ਨਮਾਜ਼ ਪੜ੍ਹੋ, ਖੁਦਾ ਦੀ ਇਬਾਦਤ ਕਰੋ। ਪਰ ਭਗਤ ਜੀ ਕਹਿੰਦੇ ਪਰਮਾਤਮਾ ਜਿਸ ਨੂੰ ਤੂੰ ਮਿਲਣਾ ਚਾਹੁੰਦਾ ਉਹ ਤਾਂ ਤੇਰੇ ਹਿਰਦੇ ਵਿੱਚ ਹੀ ਹੈ, ਤੇ ਬਾਹਰੋਂ ਬਾਂਗ ਦੇਣ ਦਾ ਕੀ ਅਰਥ। ਕਹੋ ਰੇ ਮੁੱਲਾਂ ਬਾਂਗ ਨਿਵਾਜ, ਹੇ ਮੁੱਲਾਂ ਕਹਿਣਾ ਕਰ ਪਰਮਾਤਮਾ ਦੀ ਜੋ ਬਾਣੀ ਹੈ, ਜੋ ਪਰਮਾਤਮਾ ਨੇ ਤੇਰੇ ਤਾਈਂ ਇਹ ਬਾਣੀ ਆਖੀ ਸੀ ਨਾ ਕਿ ਤੂੰ ਸੰਸਾਰ ਵਿੱਚ ਜਾ ਕਰਕੇ ਬੰਦਗੀ ਕਰੀ, ਨਾਮ ਜਪੀ। ਗੁਰੂ ਦੀ ਜੋ ਬਾਣੀ ਹੈ ਜਾਂ ਤੇਰੀ ਜੋ ਆਤਮਾ ਤੈਨੂੰ ਬੋਲ ਕਰਕੇ ਸੁਨੇਹਾ ਦੇ ਰਹੀ ਹੈ ਕਿ ਧੁਰੋਂ ਤੋਂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਆਇਆ। ਆਤਮਾ ਅੰਦਰੋਂ ਬੋਲਦੀ ਹੈ, ਤੈਨੂੰ ਸੁਚੇਤ ਕਰਦੀ ਹੈ, ਬੁਲਾਉਂਦੀ ਹੈ। ਉਹ ਬਾਂਗ ਕਹਿਣਾ ਕਰ ਬਾਣੀ ਦੇ ਤਾਈਂ, ਤੇ ਨਿਵਾਜ ਪੜ੍ਹਨਾ ਕਰ, ਨਿਮਰਤਾ ਰੱਖਣਾ ਕਰ ਆਪਣੇ ਜੀਵਨ ਦੇ ਅੰਦਰ। ਇਹੀ ਜੋ ਨਮਾਜ਼ ਪੜ੍ਹਨੀ ਹੈ, ਏਕ ਮਸੀਤ ਦਸੈ ਦਰਵਾਜ। ਤੇ ਜਿਵੇਂ ਇਸ ਮੁਸਲਮਾਨ ਮਸੀਤ ਅੰਦਰ ਜਾ ਕਰਕੇ ਨਮਾਜ਼ ਪੜ੍ਹਦੇ ਹਨ, ਭਗਤ ਜੀ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਹ ਇੱਕ ਮਸੀਤ ਬਣੀ ਹੋਈ ਹੈ। ਤੇ ਇਸ ਦੇ ਭਾਈ 10 ਦਰਵਾਜ਼ੇ ਨੇ, 10 ਇੰਦਰੇ ਹਨ। ਇਸ ਦੇਹ ਰੂਪ ਮਸੀਤ ਦੇ ਵਿੱਚ ਜਿਹਦੇ 10 ਦਰਵਾਜ਼ੇ ਹਨ, ਜਿਹੜਾ ਮਨ ਹੈ ਮੁਲਾਣਾ ਬਣ ਕਰਕੇ ਵਾਹਿਗੁਰੂ ਦੀ ਬਾਣੀ ਨੂੰ ਪੜ੍ਹਨ ਰੂਪ ਬਾਂਗ ਦੇ ਨਾ ਕਰੇ। ਤੇ ਜਿਹੜੀ ਨਿਮਰਤਾ ਰੱਖਣੀ ਹੈ, ਜਿਵੇਂ ਨਮਾਜ਼ ਕਰਦਿਆਂ ਝੁਕਿਆ ਜਾਂਦਾ, ਮੁਸਲਮਾਨ ਵੀਰ ਝੁਕਦੇ ਨੇ, ਹੇਠਾਂ ਗੋਡੇ ਲਾ ਕਰਕੇ ਸਿਰ ਨਿਵਾਉਂਦੇ ਨੇ। ਭਗਤ ਜੀ ਕਹਿੰਦੇ ਆਪਣੇ ਆਪ ਨੂੰ ਨੀਵਾਂ ਰੱਖਣਾ ਕਰ। ਭਗਤ ਜੀ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਿਸਮਿਲ। ਮਿਸਮਿਲ ਸਾਧ ਸੰਗਤ ਬਿਸਮਿਲ ਨੂੰ ਕਹਿੰਦੇ ਨੇ। ਬਿਸਮਿਲ ਦਾ ਅਰਥ ਹੁੰਦਾ ਜਦੋਂ ਕਿਸੇ ਜਾਨਵਰ ਦੇ ਤਾਈਂ ਜ਼ਿਬਾ ਕੀਤਾ ਜਾਂਦਾ ਹੈ, ਉਸ ਦੇ ਤਾਈਂ ਜ਼ਿਬਾ ਕਰਕੇ ਮਾਰਿਆ ਜਾਂਦਾ ਹੈ, ਤੇ ਫਿਰ ਜੋ ਉਸ ਦਾ ਮਾਸ ਹੈ ਨਾ ਸਾਧ ਸੰਗਤ, ਉਸ ਨੂੰ ਬਣਾ ਕਰਕੇ ਇੱਕ ਥਾਲੀ ਵਿੱਚ ਪਾਉਂਦੇ ਨੇ।
ਉਸ ਬਣੇ ਹੋਏ ਮਾਸ ਨੂੰ ਜਦੋਂ ਥਾਲੀ ਵਿੱਚ ਪਾ ਕਰਕੇ ਉਹਦੇ ਉੱਪਰ ਰੁਮਾਲ ਪਾਇਆ ਜਾਂਦਾ ਹੈ। ਰੁਮਾਲ ਕਰਕੇ ਖੁਦਾ ਨੂੰ ਅਰਪਣ ਕਰਨ ਵਾਸਤੇ ਕਦੂਰੀ ਕਰਦੇ ਨੇ। ਕਦੂਰੀ ਨਾਮ ਹੈ ਜਦੋਂ ਮਾਸ ਉੱਪਰ ਰੁਮਾਲ ਪਾ ਕਰਕੇ ਇਹ ਪਰਮਾਤਮਾ ਨੂੰ ਅਰਪਣ ਕਰਦੇ ਨੇ ਕਿ ਇਹ ਖੁਦਾ, ਇਹ ਸਾਡਾ ਜੋ ਮਾਸ ਹੈ ਅਸੀਂ ਜਿਬਾ ਕਰਕੇ ਬਣਾ ਕਰਕੇ ਲੈ ਕੇ ਆਂਦਾ ਹੈ ਤੇ ਇਹ ਪ੍ਰਵਾਨ ਕਰ। ਭਗਤ ਜੀ ਕਹਿੰਦੇ ਜਿਹੜਾ ਤਾਮਸ ਨਾਮ ਹੈ, ਤਾਮਸੀ ਸੁਭਾਅ, ਤਮੋ ਗੁਣ, ਜਿਹੜਾ ਤੇਰੇ ਅੰਦਰ ਕ੍ਰੋਧ ਹੈ, ਤੇਰੇ ਅੰਦਰ ਵਿਕਾਰ ਨੇ, ਆਲਸ ਹੈ, ਡਰ ਹੈ, ਜਿਹੜਾ ਵਿਕਾਰੀ ਮਨ ਹੈ, ਇਹ ਤਮੋ ਗੁਣ ਸੁਭਾਅ ਕਰਕੇ ਹੈ ਨਾ ਜੀਵ ਦਾ। ਭਗਤ ਜੀ ਕਹਿੰਦੇ ਇਸ ਨੂੰ ਆਪਣੇ ਨਾਲੋਂ ਕੱਟ ਦੇਣਾ ਕਰ, ਜਿਬਾ ਕਰ ਦੇ, ਬਿਸਮਿਲ ਕਰ ਦੇਣਾ ਕਰ। ਜਿਹੜਾ ਆਪਣਾ ਤਾਮਸੀ ਸੁਭਾਅ ਹੈ ਉਸ ਨੂੰ ਤਿਆਗ ਦੇ ਭਾਈ, ਜਿਬਾ ਕਰਕੇ ਕੱਟ ਦੇ। ਤੇ ਭਰਮ ਕਦੂਰੀ, ਜਿਹੜਾ ਭਰਮ ਹੈ ਇਹਦੀ ਕਦੂਰੀ ਦੇਣਾ ਕਰ। ਜਿਵੇਂ ਮੁਸਲਮਾਨ ਸਾਧ ਸੰਗਤ ਪਰਮਾਤਮਾ ਨੂੰ ਅਰਪਣ ਕਰਨ ਵਾਸਤੇ ਖੁਦਾ ਨੂੰ ਇਹ ਕਦੂਰੀ ਕਰਦੇ ਨੇ, ਇਹ ਉਹਨਾਂ ਦੀ ਰੀਤ ਹੈ ਨਾ। ਤੇ ਭਗਤ ਜੀ ਕਹਿੰਦੇ ਭਾਈ ਜਿਹੜਾ ਤੇਰੇ ਅੰਦਰ ਭਰਮ ਪਿਆ ਹੋਇਆ ਹੈ ਪਰਮਾਤਮਾ ਤੋਂ ਦੂਰ ਹੋ ਕਰਕੇ, ਜੈਸਾ ਮਾਨੀਐ ਹੋਏ ਨਾ ਤੈਸਾ, ਜੋ ਤੂੰ ਮੰਨ ਰਿਹਾ ਹੈ ਨਾ ਇਹ ਹੈ ਤਾਂ ਨਹੀਂ, ਪਰ ਜੋ ਹੈ ਉਹ ਤੇਰੇ ਦਿਸਣ ਵਿੱਚ ਨਹੀਂ ਆਉਂਦਾ। ਤੈਨੂੰ ਭਰਮ ਪਿਆ ਹੋਇਆ ਹੈ, ਜਿਸ ਤਰ੍ਹਾਂ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਪਿਛਰਤ ਦੁਖ ਪਾਇਆ, ਸੋ ਕਤ ਭਰੀ ਹਮਾਰੀ। ਜਿਵੇਂ ਸਾਧ ਸੰਗਤ ਭਗਤ ਰਵਿਦਾਸ ਜੀ ਕਹਿੰਦੇ ਇੱਕ ਰਾਜਾ ਆਪਣੇ ਸਿੰਘਾਸਣ ਦੇ ਉੱਪਰ ਸੌਂ ਗਿਆ, ਸੁੱਤੇ ਪਏ ਨੂੰ ਸੁਪਨਾ ਬਣਿਆ ਤੇ ਭਿਖਾਰੀ ਬਣ ਕੇ ਮੰਗਦਾ ਫਿਰਦਾ ਹੈ। ਭਿਖਾਰੀ ਬਣ ਗਿਆ ਔਰ ਥਾਂ ਥਾਂ ਤੋਂ ਮੰਗਦਾ ਹੈ, ਕਈ ਤਰ੍ਹਾਂ ਦੀਆਂ ਠੋਕਰਾਂ ਪਈਆਂ ਤੇ ਫਿਰ ਇਹ ਜਾਗ ਖੁੱਲ੍ਹ ਗਈ। ਜਦੋਂ ਜਾਗਿਆ ਰਾਜਾ ਤੇ ਉਹ ਸੁਪਨੇ ਦਾ ਸਾਰਾ ਹੀ ਦ੍ਰਿਸ਼ ਸਾਹਮਣੇ ਆ ਗਿਆ ਔਰ ਮਨ ਵਿੱਚ ਵਿਚਾਰੇ ਵੀ ਮੈਂ ਹੈ ਰਾਜਾ, ਵਜ਼ੀਰ, ਸੈਨਾਪਤੀ, ਦਰਬਾਰਚੀ, ਮੰਤਰੀ, ਵੱਡੇ ਵੱਡੇ ਸ਼ਾਹੂਕਾਰ, ਅਮੀਰ ਮੇਰੀ ਸਭਾ 'ਚ ਬੈਠੇ ਨੇ ਔਰ ਮੈਨੂੰ ਆਪਣੇ ਸਿੰਘਾਸਣ ਵਿੱਚ ਇਹ ਸੁਪਨਾ ਆਇਆ, ਸਿੰਘਾਸਣ 'ਤੇ ਪਿਆ ਪਰ ਬਣ ਮੈਂ ਗਰੀਬ ਗਿਆ। ਉਹ ਸੱਚ ਹੈ ਕਿ ਇਹ ਸੱਚ ਹੈ, ਇਹ ਭਰਮ ਪੈ ਗਿਆ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਜੀਵ ਜੋ ਹੈ ਇਹ ਹੈ ਤਾਂ ਪਰਮਾਤਮਾ ਦੀ ਅੰਸ਼, ਪਰ ਇਸ ਨੂੰ ਸੰਸਾਰ ਦੇ ਵਿੱਚ ਮਾਇਆ ਦੇ ਕਰਕੇ ਭਰਮ ਪਿਆ ਹੋਇਆ ਹੈ। ਇਹ ਜੀਵ ਆਪਣੇ ਆਪ ਨੂੰ ਸਰੀਰ ਸਮਝਦਾ ਹੈ, ਮੈਂ ਸਰੀਰ ਹਾਂ, ਔਰ ਸਰੀਰ ਨੂੰ ਖਵਾਉਣ ਵਾਸਤੇ, ਪਿਆਉਣ ਵਾਸਤੇ, ਪਾਲਣ ਵਾਸਤੇ ਤਤਪਰ ਰਹਿੰਦਾ ਹੈ। ਦਿਨ ਰਾਤ ਸਰੀਰ ਦੀਆਂ ਲੋੜਾਂ ਹੀ ਇਸ ਦੇ ਅੰਦਰ ਘਰ ਕੀਤੀਆਂ ਹੋਈਆਂ ਨੇ। ਇਸ ਨੂੰ ਆਪਣਾ ਗਿਆਨ ਨਹੀਂ ਹੈ, ਆਪਣੇ ਸਰੂਪ ਤੋਂ ਭੁੱਲਿਆ ਹੋਇਆ ਹੈ। ਸੋ ਇਸ ਤਰ੍ਹਾਂ ਜਿਹੜਾ ਇਹ ਭਰਮ ਹੈ ਨਾ, ਵਿਦਵਾਨਾਂ ਨੇ 5 ਤਰ੍ਹਾਂ ਦਾ ਮੰਨਿਆ। ਭਗਤ ਜੀ ਕਹਿੰਦੇ ਭਾਈ ਭਰਮ ਕਦੂਰੀ, ਇਸ ਭਰਮ ਦੇ ਤਾਈਂ ਕਦੂਰੀ ਕਰਨਾ ਕਰ ਪਰਮਾਤਮਾ ਅੱਗੇ ਕਿ ਐ ਪ੍ਰਭੂ ਮੇਰਾ ਭਰਮ ਕੱਟ ਦੇ, ਮੈਨੂੰ ਆਪਣੇ ਸਰੂਪ ਦਾ ਗਿਆਨ ਬਖਸ਼, ਮੈਨੂੰ ਮੋਹ ਮਾਇਆ ਵਿੱਚੋਂ ਕੱਢ, ਭੱਬਾ ਭਰਮ ਮਿਟਾਵੋ ਆਪਣਾ, ਇਹ ਆ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਸਾਰੇ ਹੀ ਭਰਮ ਦੇ ਵਿੱਚ ਹਨ। ਭਗਤ ਜੀ ਕਹਿੰਦੇ ਇਹ ਆਪਣਾ ਭਰਮ ਦੂਰ ਕਰ ਭਾਈ, ਇਹਦੀ ਕਦੂਰੀ ਕਰ ਦੇਣਾ ਕਰ ਪਰਮਾਤਮਾ ਅੱਗੇ ਕਿ ਐ ਪ੍ਰਭੂ
ਮੇਰੇ ਮਨ 'ਤੇ ਪਰਦਾ ਪਾ ਦੇ, ਮੇਰੇ ਵਿਕਾਰਾਂ ਨੂੰ ਮੇਟ ਦੇ, ਮੈਨੂੰ ਆਪਣੀ ਭਗਤੀ ਬਖਸ਼, ਆਪਣੇ ਸਰੂਪ ਦਾ ਗਿਆਨ ਬਖਸ਼। ਇਹ ਭਗਤ ਜੀ ਕਹਿੰਦੇ ਕਦੂਰੀ ਕਰਨਾ ਕਰ, ਭੋਗ ਲਵਾਉਣਾ ਕਰ। ਆਖ ਜੇ ਪੰਚੈ ਹੋਏ ਸਬੂਰੀ। ਤੇ ਪੰਚੈ ਜਿਹੜਾ ਭਾਖ ਸ਼ਬਦ ਹੈ ਸਾਧ ਸੰਗਤ, ਇਹਦੇ ਦੋ ਅਰਥ ਬਣਦੇ ਨੇ। ਭਾਖ ਨਾਮ ਹੁੰਦਾ ਹੈ ਕਹਿਣ ਦਾ, ਤੇ ਭਾਖ ਨਾਮ ਹੁੰਦਾ ਹੈ ਖਾਣ ਦਾ। ਜਿਹੜਾ ਭਾਖ ਨਾਮ ਕਹਿਣਾ ਹੈ, ਭਗਤ ਜੀ ਕਹਿੰਦੇ ਪੰਜ ਜਿਹੜੀਆਂ ਨਿਵਾਜ਼ਾਂ ਨੇ ਭਾਖ ਲਈ, ਉਹ ਭਾਈ ਕਹਿ ਆਪਣੇ ਜੀਵਨ ਅੰਦਰ। ਪੰਜ ਨਿਵਾਜ਼ਾਂ ਗੁਰਮਤਿ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਹੈ। ਪੰਜ ਨਿਵਾਜ਼ਾਂ ਵਕਤ ਪੰਜ, ਪੰਜਾ ਪੰਜੇ ਨਾਉ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਈ। ਪਹਿਲਾਂ ਤਾਂ ਸੱਚ ਨਾਲ ਜੁੜਨਾ ਹੈ। ਜਿਵੇਂ ਮੁਸਲਮਾਨਾਂ ਵਿੱਚ ਪੰਜ ਨਿਵਾਜ਼ਾਂ ਮੰਨੀਆਂ ਜਾਂਦੀਆਂ ਨੇ, ਇੱਕ ਤਾਂ ਅੰਮ੍ਰਿਤ ਵੇਲੇ ਦੀ, ਇੱਕ ਸਵਾ ਪਹਿਰ ਗਿਆ, ਇੱਕ ਦੁਪਹਿਰੇ, ਇੱਕ ਤਕਰੀਬਨ ਸਾਧ ਸੰਗ 5 ਵਜੇ ਦੇ ਟਾਈਮ ਹੁੰਦੀ ਹੈ, ਤੇ ਇੱਕ ਜਦੋਂ ਰਾਤ ਪੈ ਜਾਵੇ। ਇਸ ਤਰ੍ਹਾਂ ਜਿਹੜੀਆਂ ਪੰਜ ਨਿਵਾਜ਼ਾਂ ਨੇ, ਇਹਨਾਂ ਦੇ ਵੱਖਰੇ ਵੱਖਰੇ ਨਾਮ ਹਨ। ਗੁਰੂ ਪਾਤਸ਼ਾਹ ਕਹਿੰਦੇ ਪਹਿਲੀ ਨਮਾਜ਼ ਆਪਣੇ ਜੀਵਨ ਅੰਦਰ ਇਹ ਪੜ੍ਹ, ਪਹਿਲਾ ਸੱਚ, ਕਿ ਤੂੰ ਸੱਚ ਦੇ ਨਾਲ ਜੁੜਨਾ ਹੈ। ਹਲਾਲ ਦੋਏ, ਫਿਰ ਆਪਣੇ ਆਪ ਨੂੰ ਹਲਾਲ ਕਰ, ਧਰਮੀ ਬਣਾ। ਆਪਣੇ ਜੀਵਨ ਦੇ ਅੰਦਰ ਜਿਹੜੇ ਔਗਣ ਨੇ ਉਹਨਾਂ ਨੂੰ ਕੱਟ ਦੇਣਾ ਕਰ। ਤੀਜੀ ਖੈਰ ਖੁਦਾਈ, ਤੀਜੀ ਪਰਮਾਤਮਾ ਤੋਂ ਖੈਰ ਮੰਗ, ਨਾਮ ਦੀ, ਭਗਤੀ ਦੀ, ਗੁਣਾਂ ਦੀ ਖੈਰ ਮੰਗ। ਹੇ ਪ੍ਰਭੂ ਮੈਨੂੰ ਆਪਣੇ ਦਰ ਤੋਂ ਗੁਣ ਬਖਸ਼। ਮੇਰਾ ਹਿਰਦਾ ਰੂਪ ਭਾਂਡਾ ਔਗਣਾਂ ਨਾਲ ਭਰਿਆ ਹੋਇਆ ਹੈ, ਮੈਨੂੰ ਆਪਣੇ ਦਰ ਤੋਂ ਭਗਤੀ ਬਖਸ਼, ਆਪਣੀ ਯਾਦ ਬਖਸ਼। ਮੇਰੇ ਤਾਈਂ ਇਹ ਦਇਆ ਕਰ, ਜਿਵੇਂ ਤੂੰ ਮੈਨੂੰ ਇਹ ਸਰੀਰ ਬਖਸ਼ਿਆ, ਆਪਣੇ ਨਾਲ ਮਿਲਣ ਵਾਸਤੇ ਮੌਕਾ ਦਿੱਤਾ ਹੈ, ਮੇਰੇ ਅੰਦਰ ਸੁਰਤ ਵੀ ਬਖਸ਼। ਟੁੱਟੀ ਹੋਈ ਸੁਰਤ ਤੇਰੇ ਪਿਆਰ ਦੇ ਵਿੱਚ, ਤੇਰੀ ਭਗਤੀ ਦੇ ਵਿੱਚ ਗੰਢੀ ਜਾਵੇ, ਜਿੱਥੇ ਮੈਂ ਸੱਚ ਨੂੰ ਪਛਾਣ ਸਕਾਂ, ਮੇਰਾ ਜੀਵਨ ਸੱਚ ਦੇ ਆਸਰੇ ਹੋ ਜੇ, ਸੱਚ 'ਤੇ ਮੈਂ ਖੜ ਸਕਾਂ। ਮੈਨੂੰ ਇਹੋ ਜਿਹਾ ਜੀਵਨ ਦੇ ਕਿ ਮੈਂ ਕਦੇ ਤੈਨੂੰ ਵਿਸਾਰਾਂ ਨਾ, ਮੈਨੂੰ ਇਹ ਖੈਰ ਪਾਉਣਾ ਕਰ। ਚੌਥੀ ਨੀਅਤ, ਚੌਥੀ ਨੀਅਤ ਸਾਫ਼ ਰੱਖਣੀ, ਆਪਣੇ ਅੰਦਰ ਨੂੰ ਸਾਫ਼ ਰੱਖਣਾ। ਇਹ ਨਹੀਂ ਵੀ ਅੰਦਰ ਚੀਜ਼ ਹੋਰ ਚੱਲ ਰਹੀ ਹੈ ਤੇ ਬਾਹਰੋਂ ਦਿਖਾਵਾ ਕੁਝ ਹੋਰ ਹੋ ਰਿਹਾ। ਅੰਦਰ ਆਪਣੀ ਨੀਅਤ ਸਾਫ਼ ਕਰ ਲੈ, ਤੇ ਮੈਨੂੰ ਇਹ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਸਾਧ ਸੰਗਤ ਇਹ ਵਾਹਿਗੁਰੂ ਅੱਗੇ ਬੇਨਤੀ ਕਰੇ। ਭਗਤ ਜੀ ਕਹਿੰਦੇ, ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਨੇ ਇਹ ਸਾਨੂੰ ਉਪਦੇਸ਼ ਦਿੱਤਾ ਹੈ। ਪੰਜਵੀਂ ਖੈਰ, ਪੰਜਵੀਂ ਜਿਹੜੀ ਹੈ ਸਾਧ ਸੰਗਤ ਸਿਫਤ ਸੁਣਾਈ, ਪਰਮਾਤਮਾ ਦੀ ਜਿਹੜੀ ਸਿਫਤ ਕਰਨੀ, ਨੀਵਾਂ ਹੋ ਕਰਕੇ ਪ੍ਰਭੂ ਦੇ ਗੁਣ ਗਾਉਣੇ ਨੇ, ਆਪਣੇ ਆਪ ਨੂੰ ਝੁਕਾ ਕਰਕੇ ਵਾਹਿਗੁਰੂ ਦੇ ਨਾਲ ਜੋੜਨਾ ਹੈ। ਨਿਵਣ ਸੋ ਅੱਖਰ ਖਵਣ ਗਉਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾ ਵਸ ਆਵੀ ਕੰਤ। ਜਿੱਥੇ ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਇੱਕ ਨੀਵਾਂ ਭਾਂਡਾ ਬਣਾ ਲੈ, ਸਾਫ਼ ਭਾਂਡਾ ਬਣਾ ਲੈ। ਇਹ ਪੰਜ ਜਿਹੜੀਆਂ ਨਿਵਾਜ਼ਾਂ ਪੜ੍ਹਨੀਆਂ ਕਰ ਭਾਈ। ਹੁਣ ਦੂਜੇ ਅਰਥਾਂ ਵਿੱਚ ਭਾਖ ਲੈ ਪੰਜ, ਜਿਹੜੇ ਪੰਜ ਹੈ ਨਾਮ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਨੂੰ ਭਾਖ ਨਾਮ ਖਾ ਲੈਣਾ ਕਰ। ਜਿਵੇਂ ਜਿਹੜੀ ਚੀਜ਼ ਖਾ ਲਈਏ ਉਹਨੂੰ ਹਾਜ਼ਮ ਕਰ ਲਈਦਾ ਨਾ। ਜਿਹੜਾ ਇਹਨਾਂ ਪੰਜਾਂ ਵਿਕਾਰਾਂ ਦਾ ਸੁਭਾਅ ਹੈ ਉਹਨੂੰ ਖਾ ਜਾ, ਮੇਟ ਦੇ, ਅੰਦਰੋਂ ਹੀ ਖਤਮ ਕਰ ਦੇ। ਜਿਹੜਾ ਕਾਮੀ ਸੁਭਾਅ ਹੈ, ਕ੍ਰੋਧੀ ਹੈ, ਲੋਭੀ ਸੁਭਾਅ ਹੈ, ਮੋਹ ਦੇ ਵਿੱਚ ਫਸਿਆ ਹੋਇਆ ਹੈ, ਹੰਕਾਰੀ ਹੋ ਰਿਹਾ,
ਇਹ ਜਿਹੜੇ ਪੰਜ ਵਿਕਾਰੀ ਸੁਭਾਅ ਨੇ, ਇਹਨਾਂ ਨੂੰ ਭਾਈ ਸ਼ਬਦ ਨਾਲ ਜੁੜ ਕਰਕੇ ਖਾ ਲੈਣਾ ਕਰ ਹੋਏ ਸਬੂਰੀ, ਤਾਂ ਤੂੰ ਸੰਤੋਖੀ ਹੋ ਜਾਵੇਂਗਾ। ਸਬੂਰੀ ਨਾਮ ਹੈ ਸੰਤੋਖੀ ਦਾ। ਜਿੱਥੇ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਸ਼ਬਦ ਨਾਲ ਜੋੜ, ਉੱਥੇ ਭਾਈ ਸੰਤੋਖ ਧਾਰਨਾ ਕਰ। ਜਦੋਂ ਤੂੰ ਇਹਨਾਂ ਪੰਜਾਂ ਗੁਣਾਂ ਨੂੰ ਧਾਰਨ ਕਰ ਲਏਗਾ ਨਾ, ਪੰਜ ਨਿਵਾਜਾਂ ਨੂੰ ਕਹੇਗਾ ਆਪਣੇ ਜੀਵਨ ਦੇ ਅੰਦਰ। ਹੁਣ ਦੇਖੋ, ਭਾਵੇਂ ਇਹ ਸਤਿਗੁਰਾਂ ਨੇ ਸਾਨੂੰ ਮੁਸਲਮਾਨ ਵੀਰਾਂ ਨੂੰ, ਜਿਵੇਂ ਇਸਲਾਮ ਧਰਮ ਦੇ ਵਿੱਚ ਗੁਰਬਾਣੀ ਅੰਦਰ ਉਪਦੇਸ਼ ਬਖਸ਼ਿਆ ਹੈ, ਤਾਂ ਸਾਰਿਆਂ ਵਾਸਤੇ ਸਾਂਝਾ ਹੀ। ਗੁਣ ਤਾਂ ਸਾਰਿਆਂ ਨੂੰ ਹੀ ਪ੍ਰਾਪਤ ਕਰਨੇ ਪੈਣੇ ਨੇ ਨਾ। ਇਹ ਕਿ ਸੱਚ ਨਾਲ ਜੁੜਨਾ ਹੈ, ਫਿਰ ਧਰਮੀ ਬਣਨਾ ਹੈ, ਫਿਰ ਬੰਦਗੀ ਮੰਗਣੀ ਹੈ, ਫਿਰ ਸਾਧ ਸੰਗਤ ਆਪਣੇ ਅੰਦਰੋਂ ਨਿਮਰਤਾ ਰੱਖਣੀ ਹੈ ਤੇ ਸੰਤੋਖ ਧਾਰਨ ਕਰਨਾ ਹੈ। ਇਹੀ ਸਤਿਗੁਰੂ ਮਹਾਰਾਜ ਕਹਿੰਦੇ ਸਾਰਿਆਂ ਵਾਸਤੇ ਗੁਣ ਨੇ। ਗੁਣ ਅਵਗਣ ਸਮਾਨ ਹਏ, ਜੇ ਆਪ ਕੀਤੇ ਕਰਤਾਰ। ਗੁਣ ਤੇ ਔਗਣ ਤਾਂ ਸਾਰਿਆਂ ਸਰੀਰਾਂ ਵਿੱਚ ਨੇ। ਜਿਵੇਂ ਸਾਰੇ ਸਰੀਰ ਪੰਜਾਂ ਤੱਤਾਂ ਤੋਂ ਬਣੇ ਨੇ, ਸਾਰੇ ਸਰੀਰਾਂ ਦੇ ਅੰਦਰ ਪੰਜ ਸੂਖਮ 17 ਤੱਤਾਂ ਦਾ ਸੂਖਮ ਸਰੀਰ ਹੈ, ਤੇ ਸਾਰਿਆਂ ਦੇ ਅੰਦਰ ਹੀ ਪਰਮਾਤਮਾ ਦੀ ਜੋਤ ਹੈ। ਸਾਰਿਆਂ ਦੀ ਬੁੱਧੀ, ਸਾਰਿਆਂ ਦੀ ਮਤ, ਸਾਰਿਆਂ ਦੀ ਵਿਚਾਰ ਇਹ ਵੱਖੋ ਵੱਖਰੀ ਹੋ ਰਹੀ ਹੈ, ਕਿਉਂਕਿ ਜੀਵ ਆਪਣੇ ਪਿਛਲੇ ਜਨਮਾਂ ਵਿੱਚ ਜਿਹੋ ਜਿਹੇ ਕਰਮ ਕਰਦਾ ਸੀ, ਔਰ ਦੁਨੀਆ ਵਿੱਚ ਆ ਕੇ ਜਿਹੋ ਜਿਹੇ ਨੇ ਕਰਮ ਕੀਤੇ ਨੇ, ਉਹੋ ਜਿਹੀ ਦੀ ਮੱਤ ਬਣ ਜਾਂਦੀ, ਉਹੋ ਜਿਹਾ ਇਹਦਾ ਜੀਵਨ ਬਣ ਜਾਂਦਾ ਹੈ। ਪਰ ਜਿਹੜੀ ਸਰੀਰਾਂ ਦੀ ਕਿਰਿਆ ਹੈ, ਸਰੀਰਾਂ ਦੀਆਂ ਲੋੜਾਂ ਨੇ, ਉਹ ਇੱਕੋ ਜਿਹੀਆਂ ਪਰਮਾਤਮਾ ਨੇ ਬਣਾਈਆਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਗੁਣ ਤੇ ਔਗਣ ਵੀ ਸਾਰੇ ਸਰੀਰਾਂ ਵਿੱਚ ਇੱਕੋ ਜਿਹੇ ਨੇ। ਜੇ ਤਾਂ ਕੋਈ ਗੁਣ ਧਾਰਨ ਕਰ ਲੈਂਦਾ ਹੈ, ਔਗਣ ਛੱਡ ਦਿੰਦਾ ਹੈ, ਉਹ ਮਹਾਨ ਹੋ ਜਾਂਦਾ ਹੈ। ਤੇ ਜੇ ਕੋਈ ਗੁਣ ਛੱਡ ਦੇ ਤੇ ਔਗਣ ਧਾਰਨ ਕਰਨ ਲਵੇ, ਉਹ ਸਾਧ ਸੰਗਤ ਆਪਣੇ ਜੀਵਨ ਨੂੰ ਖਰਾਬ ਕਰ ਲੈਂਦਾ ਹੈ। ਉਹਨੂੰ ਕਈ ਤਰ੍ਹਾਂ ਦੇ ਦੋਸ਼ ਲੱਗ ਜਾਂਦੇ ਨੇ। ਸੋ ਸਤਿਗੁਰੂ ਸਾਰਿਆਂ ਨੂੰ ਸਾਂਝਾ ਉਪਦੇਸ਼ ਬਖਸ਼ ਰਹੇ ਨੇ। ਭਾਖਲੇ ਪੰਚੈ ਹੋਏ ਸਬੂਰੀ। ਆਪਣੇ ਜੀਵਨ ਅੰਦਰ ਜਿਹੜੇ ਪੰਜ ਵਿਕਾਰ ਨੇ, ਇਹਨਾਂ ਨੂੰ ਭਾਖਲੇ ਖਾ ਲੈਣਾ ਕਰ ਭਾਈ, ਮੇਟ ਦੇ ਸ਼ਬਦ ਨਾਲ ਜੁੜ ਕੇ ਹੋਏ ਸਬੂਰੀ, ਤਾਂ ਤੂੰ ਸੰਤੋਖੀ ਹੋ ਜਾਵੇਂਗਾ। ਭਗਤ ਜੀ ਕਹਿੰਦੇ ਭਾਈ, ਹਿੰਦੂਆਂ ਦਾ ਤੇ ਤੁਰਕਾਂ ਦਾ ਸਾਹਿਬ ਮਾਲਕ ਇੱਕ ਹੀ ਹੈ। ਉਸ ਪਰਮਾਤਮਾ ਦੇ ਨਾਮ ਭਾਵੇਂ ਵੱਖ-ਵੱਖ ਰੱਖ ਦਿੱਤੇ ਨੇ। ਇਸਲਾਮ ਧਰਮ ਦੇ ਵਿੱਚ ਉਸ ਨੂੰ ਖੁਦਾ ਵੀ ਕਹਿੰਦੇ ਨੇ, ਅੱਲਾ ਵੀ ਕਹਿੰਦੇ ਨੇ, ਰਹੀਮ ਵੀ ਕਹਿੰਦੇ ਨੇ, ਤੇ ਸਨਾਤਨ ਧਰਮ ਦੇ ਵਿੱਚ ਉਸ ਨੂੰ ਰਾਮ ਵੀ ਕਹਿੰਦੇ ਨੇ। ਕਈ ਨਾਮ ਰੱਖੇ ਹੋਏ ਨੇ। ਸੋ ਮਹਾਰਾਜ ਕਹਿੰਦੇ ਉਹ ਹੈ ਤਾਂ ਇੱਕ ਹੀ ਨਾ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਏਕ ਪਿਤਾ ਏਕਸ ਕੇ ਹਮ ਬਾਰਕ। ਇੱਕ ਹੀ ਪਰਮਾਤਮਾ ਹੈ। ਜਿਵੇਂ ਇੱਕ ਪਿਤਾ ਦੀ ਔਲਾਦ ਇੱਕ ਹੀ ਹੁੰਦੀ ਹੈ ਨਾ, ਤੇ ਉਹ ਪਰਮਾਤਮਾ ਇੱਕ ਹੈ, ਤੇ ਉਹਦੀ ਇਹ ਔਲਾਦ ਜਿੰਨੇ ਵੀ ਇਹ ਜੀਵ ਨੇ, ਜਿੰਨੀਆਂ ਵਿੱਚ ਵੀ ਜੂਨਾਂ ਹਨ, ਉਹ ਸਾਰੀਆਂ ਉਸ ਤੋਂ ਹੀ ਬਣੀਆਂ ਹੋਈਆਂ। ਜਿੱਥੇ ਮਹਾਰਾਜ ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੰਬਾਰੈ। ਉਹ ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਮਾਲਕ ਹੈ। ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਤੁਰਕ ਹੈ, ਸਾਰਿਆਂ ਦਾ ਇੱਕ ਹੀ ਮਾਲਕ ਹੈ। ਭਗਤ ਜੀ ਕਹਿੰਦੇ ਭਾਈ ਦੱਸੋ, ਮੁੱਲਾ ਕੀ ਕਰ ਸਕਦਾ ਹੈ? ਮੁੱਲਾਂ ਦੇ ਹੱਥ ਵਿੱਚ ਵੀ ਕੁਝ ਨਹੀਂ, ਤੇ ਨਾ ਹੀ ਕੋਈ ਸੇਖ ਨਾਮ ਬਿਰਧ ਜਾਤੀ ਦਾ। ਇਸਲਾਮ ਧਰਮ ਦੇ ਵਿੱਚ ਸੇਖ ਸਾਰਿਆਂ ਤੋਂ ਵੱਡੀ ਜਾਤੀ ਵਾਲੇ ਨੂੰ ਆਖਿਆ ਜਾਂਦਾ ਹੈ।
ਜਿਵੇਂ ਸਨਾਤਨ ਧਰਮ ਦੇ ਵਿੱਚ ਬ੍ਰਾਹਮਣ ਨੂੰ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ, ਇਸ ਤਰ੍ਹਾਂ ਇਸਲਾਮ ਧਰਮ ਵਿੱਚ ਸਿੱਖ ਨੂੰ ਸਾਰਿਆਂ ਤੋਂ ਉੱਪਰ ਮੰਨਿਆ ਜਾਂਦਾ ਹੈ। ਹੁਣ ਤਾਂ ਇਹ ਸ਼ਬਦ ਵਿਗੜਿਆ ਹੋਇਆ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕੌਣ ਕੀ ਕਰ ਸਕਦਾ ਹੈ, ਨਾ ਕੋਈ ਮੁੱਲਾ ਕਰ ਸਕਦਾ ਅਤੇ ਨਾ ਹੀ ਕੋਈ ਸਿੱਖ ਵੱਡੀ ਜਾਤੀ ਵਾਲਾ ਕਰ ਸਕਦਾ, ਨਾ ਹੀ ਪੜ੍ਹਾਉਣ ਵਾਲਾ ਕੋਈ ਕਰ ਸਕਦਾ ਕੁਝ, ਅਤੇ ਨਾ ਹੀ ਜਿਸ ਨੇ ਆਪਣੇ ਆਪ ਨੂੰ ਸੰਸਾਰ ਵਿੱਚ ਵੱਡਾ ਮੰਨਿਆ ਹੈ ਕਿ ਮੈਂ ਵੱਡਾ ਹਾਂ, ਸਿੱਖ ਹਾਂ, ਉਹ ਵੀ ਕੁਝ ਨਹੀਂ ਕਰ ਸਕਦਾ। ਕਹੇ ਕਬੀਰ ਹੋ ਭਇਆ ਦੀਵਾਨਾ। ਭਗਤ ਜੀ ਨੂੰ ਕਹਿਣ ਲੱਗੇ, ਭਗਤ ਜੀ ਤੁਸੀਂ ਤਾਂ ਦੀਵਾਨੇ ਜੀ ਹੋ ਗਏ ਲੱਗਦਾ, ਵੀ ਨਾ ਤੁਸੀਂ ਹਿੰਦੂਆਂ ਵਾਲੇ ਪਾਸੇ ਖੜ੍ਹਦੇ ਹੋ, ਹਿੰਦੂਆਂ ਦੇ ਦੇਵਤਿਆਂ ਨੂੰ ਵੀ ਤੁਸੀਂ ਮੈਲਾ ਕਹਿ ਦਿੱਤਾ, ਹੁਣ ਦੂਜੇ ਪਾਸੇ ਇਸਲਾਮ ਧਰਮ ਨੂੰ ਵੀ ਨੀਵਾਂ ਦਿਖਾ ਦਿੱਤਾ। ਭਗਤ ਜੀ ਕਹਿੰਦੇ ਹਾਂ ਭਾਈ ਸੱਚ, ਮੈਂ ਦੀਵਾਨਾ ਹੋ ਗਿਆ ਹਾਂ, ਪਰ ਮੈਂ ਕਿਸ ਤਰ੍ਹਾਂ ਦਾ ਦੀਵਾਨਾ ਉਹ ਵੀ ਸੁਣ ਲਓ। ਮੁਸ ਮੁਸ ਮਨੁਆ ਸਹਿਜ ਸਮਾਨਾ। ਮੈਂ ਆਪਣੇ ਮਨੁਆ ਮਨ ਦੇ ਤਾਈਂ ਮੁਸ ਮੁਸ, ਮੁਸ ਨਾਮ ਹੁੰਦਾ ਲੁੱਟਣ ਦਾ, ਜਿਹੜਾ ਮੇਰਾ ਮਨ ਦਾ ਵਿਕਾਰੀ ਸੁਭਾਅ ਸੀ ਨਾ, ਭੈੜਾ ਸੁਭਾਅ, ਮੈਂ ਹੌਲੀ ਹੌਲੀ ਲੁੱਟ ਲਿਆ, ਉਹ ਮਨ ਦੇ ਕੋਲ ਰਹਿਣ ਹੀ ਨਹੀਂ ਦਿੱਤਾ। ਮਨ ਦਾ ਕੌੜਾ ਸੁਭਾਅ, ਆਲਸੀ ਸੁਭਾਅ, ਬੇਈਮਾਨ ਜਿਹੜੇ ਮਨ 'ਚ ਔਗਣ ਸਨ, ਉਹ ਸਾਰੇ ਹੌਲੀ ਹੌਲੀ ਲੁੱਟ ਲੈਣਾ ਕੀਤੇ, ਅਤੇ ਮਨ ਇਕੱਲਾ ਹੀ ਰਹਿ ਗਿਆ ਫਿਰ ਸਹਿਜ ਸਮਾਨਾ, ਅਤੇ ਵਿਚਾਰਾ ਇਕੱਲਾ ਮਨ ਫਿਰ ਸਹਿਜੇ ਪਰਮਾਤਮਾ 'ਚ ਹੀ ਸਮਾ ਗਿਆ। ਜਿਹੜਾ ਮਨ ਨੇ ਧਾਰਨ ਕੀਤਾ ਸੀ ਨਾ ਵੀ ਮੈਂ ਸਰੀਰ ਹਾਂ, ਆਹ ਮੇਰੇ ਸੰਬੰਧੀ ਨੇ, ਆਹ ਮੇਰਾ ਪਰਿਵਾਰ ਹੈ, ਆਹ ਮੇਰਾ ਸੰਸਾਰ ਹੈ, ਇਹ ਮੇਰਾ ਧਨ ਹੈ, ਇਹ ਮੇਰਾ ਘਰ ਹੈ, ਇਹ ਹੌਲੀ ਹੌਲੀ ਮਹਾਂਪੁਰਖਾਂ ਦੀ ਸੰਗਤ ਕਰਦਿਆਂ, ਗੁਰਮੁਖਾਂ ਦੀ ਸੰਗਤ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ ਮੈਂ ਲੁੱਟ ਲਿਆ ਵੀ ਤੇਰਾ ਹੈ ਹੀ ਕੁਝ ਨਹੀਂ, ਅਤੇ ਮਨ ਕੋਲ ਕੁਝ ਰਿਹਾ ਵੀ ਨਹੀਂ। ਮਨ ਨੇ ਹੌਲੀ ਹੌਲੀ ਮਨ ਜਾਣਾ ਕੀਤਾ, ਕਹੋ ਕਬੀਰ ਮਨ ਮਾਨਿਆ ਤੋ ਹਰ ਜਾਣਿਆ। ਜਦੋਂ ਮਨ ਇਕੱਲਾ ਹੈ ਤਾਂ ਮਨ ਪਰਮਾਤਮਾ ਦੀ ਜੋਤ, ਪਰ ਭਗਤ ਕਬੀਰ ਜੀ ਕਹਿੰਦੇ ਮਨ ਤੋਂ ਮੈਗਲ ਹੋਏ ਰਹੇ ਹੋ, ਇਹ ਮੈਗਲ ਹਾਥੀ ਦੀ ਤਰ੍ਹਾਂ ਫੁੱਲਿਆ ਪਿਆ, ਜਿਵੇਂ ਸਾਧ ਸੰਗਤ ਹੀਰੇ ਨੂੰ ਲੀਰਾਂ ਨਾਲ ਲਪੇਟ ਦਈਏ, ਔਰ ਲੀਰਾਂ ਨਾਲ ਲਪੇਟ ਕਰਕੇ ਵੱਡੀ ਸਾਰੀ ਗੇਂਦ ਬਣ ਜੇ। ਹੁਣ ਉਹ ਤਾਂ ਉੱਪਰ ਲੀਰਾਂ ਹੀ ਨੇ ਨਾ, ਅਤੇ ਵਿੱਚ ਹੀਰਾ ਹੁੰਦਾ। ਇਸ ਤਰ੍ਹਾਂ ਜਦੋਂ ਉਹਨਾਂ ਲੀਰਾਂ ਨੂੰ ਪਾਸੇ ਕਰਾਂਗੇ ਤਾਂ ਵਿੱਚੋਂ ਹੀਰਾ ਹੀ ਨਿਕਲੇਗਾ। ਮਨ ਜਿਹੜਾ ਹੈ ਸੰਸਾਰ ਦੇ ਮੋਹ ਦੇ ਵਿੱਚ ਹਰ ਚੀਜ਼ ਨੂੰ ਆਪਣਾ ਮਨ ਕਰਕੇ ਮੋਟਾ ਹੋਇਆ ਪਿਆ, ਲੀਰਾਂ ਦੇ ਵਿੱਚ ਲਪੇਟਿਆ ਪਿਆ। ਜਿਸ ਕਿਸੇ ਨੇ ਇਹ ਲੀਰਾਂ, ਇਹ ਦੁਨੀਆ ਦਾ ਮੋਹ ਦੂਰ ਕਰ ਦਿੱਤਾ ਹੈ, ਆਪਣੇ ਤੋਂ ਲਾਹ ਦਿੱਤਾ ਹੈ, ਉਹਦਾ ਫਿਰ ਅਸਲ ਸਰੂਪ ਮਨ ਇਕੱਲਾ ਹੀ ਰਹਿ ਜਾਂਦਾ। ਅਤੇ ਮਨ ਕੌਣ ਹੈ? ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਆਨੰਦ ਹੈ, ਮਨ ਉਸ ਸੱਚ ਦਾ ਸਰੂਪ ਹੈ, ਉਸ ਚੇਤਨ ਦੀ ਅੰਸ਼ ਹੈ। ਜਦੋਂ ਇਹ ਚੇਤਨ ਦੀ ਅੰਸ਼ ਉਸ ਵਿੱਚ ਮਿਲ ਜਾਵੇਗੀ, ਫਿਰ ਉਹਦਾ ਰੂਪ ਹੀ ਹੋ ਜਾਵੇਗੀ। ਇਸ ਤਰ੍ਹਾਂ ਭਗਤ ਜੀ ਕਹਿੰਦੇ ਮੁਸ ਮੁਸ ਮਨੁਆ। ਮੁਸ ਨਾਮ ਹੁੰਦਾ ਹੌਲੀ, ਹੌਲੀ ਹੌਲੀ ਅਸੀਂ ਮਨ ਨੂੰ ਪਰਮਾਤਮਾ ਵਾਲੇ ਪਾਸੇ ਲੈ ਆਉਂਦਾ, ਮੋੜ ਕਰਕੇ ਮਹਾਂਪੁਰਖਾਂ ਦੀ, ਗੁਰਮੁਖਾਂ ਦੀ ਸੰਗਤ ਕਰਦਿਆਂ ਸਹਿਜ ਸਮਾਨਾ, ਤਦੋਂ ਇਹ ਸਹਿਜੇ ਹੀ ਪਰਮਾਤਮਾ ਵਿੱਚ ਸਮਾ ਗਿਆ। ਉਸ ਸਮੇਂ ਭਗਤ ਕਬੀਰ ਜੀ ਨੂੰ ਕਹਿੰਦੇ ਭਗਤ ਕਬੀਰ ਤੂੰ ਤਾਂ ਬਹੁਤ ਵਿਗੜਿਆ ਹੋਇਆ ਹੈ, ਨਾ ਤੂੰ ਸਾਡੇ ਮੁਸਲਮਾਨਾਂ ਦੀ ਮੰਨਦਾ ਅਤੇ ਨਾ ਤੂੰ ਸਾਡੇ ਹਿੰਦੂਆਂ ਦੀ ਮੰਨਦਾ। ਤਾਂ ਉਸ ਸਮੇਂ ਭਗਤ ਜੀ ਕਹਿੰਦੇ ਹਾਂ ਭਾਈ ਮੈਂ ਵਿਗੜਿਆ, ਪਰ ਵਿਗੜੇ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਵਿਗੜਿਆ ਹੁੰਦਾ ਵੀ ਜੇ ਕੋਈ ਬੰਦਾ ਔਗਣਾ ਵਿੱਚ ਆ ਜੇ, ਉਹਨੂੰ ਕਹਿ ਦਈਦਾ ਵੀ ਤੂੰ ਔਗਣਾ ਕਰਕੇ ਵਿਗੜਿਆ ਹੋਇਆ। ਅਤੇ ਇੱਕ ਉਹ ਹੁੰਦਾ ਵੀ ਜਿਹੜਾ ਔਗਣਾ ਨੂੰ ਛੱਡ ਦੇ ਅਤੇ ਸੱਚ ਵਾਲੇ ਪਾਸੇ ਆ ਜੇ। ਮੈਂ ਕਿਹੋ ਜਿਹਾ ਵਿਗੜਿਆ ਮੈਂ ਤੁਹਾਨੂੰ ਦੱਸਦਾ। ਭਗਤ ਜੀ ਕਹਿੰਦੇ ਵੀ ਮੈਂ ਤਾਂ ਪਹਿਲਾਂ ਵਿਗੜਿਆ ਜ਼ਰੂਰ ਸੀ,
ਪਰ ਮੈਂ ਹੁਣ ਆਪਣੇ ਪਰਿਵਾਰ ਦੇ ਮੋਹ ਵਿੱਚੋਂ, ਸੰਸਾਰ ਦੇ ਮੋਹ ਵਿੱਚੋਂ ਟੁੱਟ ਕੇ ਪਰਮਾਤਮਾ ਦੇ ਵਾਲੇ ਪਾਸੇ ਆ ਗਿਆ ਤੇ ਤੁਸੀਂ ਮੈਨੂੰ ਵਿਗੜੇ ਸਮਝਣਾ। ਤਾਂ ਭਗਤ ਜੀ ਕਹਿੰਦੇ ਫਿਰ ਹੁਣ ਤੁਹਾਨੂੰ ਮੈਂ ਦੱਸਦਾ ਵੀ ਵਿਗੜਿਆ ਕਿਹੋ ਜਿਹਾ। ਗੰਗਾ ਕੈ ਸੰਗ ਸਲਤਾ ਬਿਗਰੀ। ਜਿਵੇਂ ਸਲਤਾ ਇੱਕ ਨਦੀ ਹੁੰਦੀ ਹੈ, ਸਲਤਾ ਨਾਮ ਹੈ ਨਦੀ ਦਾ। ਨਦੀ ਜਦੋਂ ਵਹਿੰਦੀ ਵਹਿੰਦੀ ਜਾ ਕਰਕੇ ਗੰਗਾ ਵਿੱਚ ਜਾ ਕੇ ਮਿਲ ਜੇ ਤੇ ਵਿਗੜੀ ਗਈ ਨਾ। ਨਦੀ ਨੇ ਆਪਣਾ ਸੁਭਾਅ ਆਪਣੇ ਵਰਗੀਆਂ ਨਦੀਆਂ ਵਾਂਗੂ ਉਹ ਤਿਆਗ ਦਿੱਤਾ, ਉਹ ਗੰਗਾ ਵਿੱਚ ਜਾ ਕੇ ਮਿਲ ਗਈ। ਸੋ ਸਲਤਾ ਗੰਗਾ ਹੋਈ ਨਿਗਰੀ। ਪਰ ਭਗਤ ਜੀ ਕਹਿੰਦੇ ਜਿਹੜੀ ਉਹ ਨਦੀ ਸੀ ਹੁਣ ਆਮ ਨਦੀ ਨਹੀਂ ਰਹੀ, ਉਹ ਗੰਗਾ ਵਿੱਚ ਜਾ ਕਰਕੇ ਗੰਗਾ ਹੀ ਹੋ ਗਈ। ਹੁਣ ਗੰਗਾ ਨੂੰ ਲੋਕ ਕਿੰਨਾ ਮਹਾਨ ਮੰਨਦੇ ਨੇ, ਗੰਗਾ ਨੂੰ ਗ੍ਰੰਥਾਂ ਵਿੱਚ ਵੀ ਮਹਾਨ ਕਿਹਾ ਔਰ ਮੁਕਤੀ ਦਾ ਕਾਰਨ ਵੀ ਮੰਨਿਆ ਹੈ। ਬੜੀ ਵਡਿਆਈ ਮਿਲੀ ਹੈ ਕਿ ਗੰਗਾ ਇਹ ਪਰਮਾਤਮਾ ਦੇ ਚਰਨਾਂ ਵਿੱਚੋਂ ਨਿਕਲਦੀ ਹੈ। ਸੋ ਭਗਤ ਜੀ ਕਹਿੰਦੇ ਜੇ ਗੰਗਾ ਵਿੱਚ ਆ ਕੇ ਉਹ ਨਦੀ ਮਿਲ ਗਈ ਤਾਂ ਉਹ ਚੰਗੀ ਹੀ ਹੋ ਗਈ ਨਾ। ਉਹ ਦੂਜੀਆਂ ਨਦੀਆਂ ਵਾਂਗੂ ਨਦੀ ਤਾਂ ਨਹੀਂ ਰਹੀ, ਉਹ ਉੱਚੀ ਹੋ ਗਈ, ਉਹ ਸਾਫ਼ ਹੋ ਗਈ। ਔਰ ਜਿੱਥੇ ਭਗਤ ਜੀ ਨੇ ਕਿਹਾ ਕਬੀਰ ਮਨ ਨਿਰਮਲ ਭਇਓ ਜੈਸੇ ਗੰਗਾ ਨੀਰ, ਗੰਗਾ ਦੇ ਪਾਣੀ ਨੂੰ ਸਾਫ਼ ਮੰਨਿਆ ਜਾਂਦਾ ਹੈ। ਤੇ ਉਹ ਜਿਹੜੀ ਨਦੀ ਸੀ ਪਹਿਲਾਂ ਉਹਦਾ ਕੋਈ ਨਾਮ ਵੀ ਨਹੀਂ ਸੀ, ਤੇ ਉਹ ਸਾਧ ਸੰਗਤ ਜਦੋਂ ਗੰਗਾ ਵਿੱਚ ਮਿਲ ਗਈ ਤੇ ਗੰਗਾ ਹੀ ਬਣ ਗਈ। ਇਸ ਤਰ੍ਹਾਂ ਭਗਤ ਜੀ ਕਹਿੰਦੇ ਗੰਗਾ ਕੈ ਸੰਗ ਸਲਤਾ ਬਿਗਰੀ। ਨਦੀ ਜਦੋਂ ਗੰਗਾ ਦੇ ਨਾਲ ਵਿਗੜ ਗਈ, ਭਾਵ ਮਿਲ ਗਈ, ਤਾਂ ਸੋ ਸਲਤਾ ਗੰਗਾ ਹੋਏ ਨਿਬਰੀ। ਉਹ ਜਿਹੜੀ ਨਦੀ ਸੀ ਸਲਤਾ ਉਹ ਗੰਗਾ ਵਿੱਚ ਮਿਲ ਕਰਕੇ ਗੰਗਾ ਹੀ ਹੋ ਨਿਬੜ ਗਈ, ਗੰਗਾ ਹੀ ਬਣ ਗਈ ਭਾਈ। ਇਸ ਤਰ੍ਹਾਂ ਜਿਹੜੇ ਮੇਰੇ ਚਿੱਤ ਦੀ ਬਿਰਤੀ ਸੀ ਨਾ, ਮੇਰੀ ਬੁੱਧੀ ਸੀ ਪਹਿਲਾਂ ਆਮ ਲੋਕਾਂ ਵਰਗੀ ਸੀ। ਇਹ ਆਮ ਜਿਵੇਂ ਨਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਆਮ ਲੋਕਾਂ ਵਰਗੀ ਮੇਰੀ ਮੱਤ ਸੀ, ਬੁੱਧੀ ਸੀ ਵੀ ਖਾ ਲਿਆ, ਪੀ ਲਿਆ, ਸੌਂ ਲਿਆ, ਬਸ ਇੰਨਾ ਕੀ ਸੀ ਵੀ ਹੁਣ ਚਾਰ ਜੋੜ ਲਏ, ਮੈਂ ਸੁਖੀ ਹੋ ਗਿਆ, ਨਾਮ ਬਣ ਗਿਆ, ਤਦੋਂ ਆਪਣੇ ਆਪ ਨੂੰ ਵੱਡਾ ਮੰਨਣ ਲੱਗ ਗਿਆ। ਪਰ ਜਦੋਂ ਮੇਰੀ ਇਹ ਬੁੱਧੀ ਰੂਪ ਨਦੀ ਜਾ ਕਰਕੇ ਪਰਮਾਤਮਾ ਦੇ ਨਾਮ ਰੂਪ ਗੰਗਾ ਵਿੱਚ ਮਿਲ ਗਈ, ਭਗਤੀ ਰੂਪ ਗੰਗਾ ਦੇ ਵਿੱਚ ਮਿਲ ਗਈ, ਤਦੋਂ ਇਹ ਫਿਰ ਗੰਗਾ ਹੀ ਭਗਤ ਹੀ ਹੋ ਨਿਬੜੀ, ਇਹ ਪਰਮਾਤਮਾ ਦਾ ਰੂਪ ਹੀ ਹੋ ਗਈ। ਹੁਣ ਮੇਰੀ ਪਹਿਲਾਂ ਵਾਲੀ ਬੁੱਧੀ ਨਹੀਂ ਰਹੀ। ਜਿੱਥੇ ਭਗਤ ਜੀ ਕਹਿੰਦੇ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਰਸਕਾਰ, ਕਹਿੰਦੇ ਹੁਣ ਮੇਰੀ ਬੁੱਧੀ ਨੂੰ ਜਮ ਵੀ ਸਵੀ ਨਹੀਂ ਕਾਰ ਨਹੀਂ ਕਰਦਾ। ਪਹਿਲਾਂ ਮੇਰੀ ਬੁੱਧੀ ਹੁੰਦੀ ਸੀ ਵਿਕਾਰਾਂ ਵਾਲੀ, ਔਗਣਾਂ ਵਾਲੀ, ਹੰਕਾਰ ਵਾਲੀ, ਆਮ ਦੁਨੀਆ ਦੇ ਲੋਕਾਂ ਵਰਗੀ। ਪਰ ਹੁਣ ਜਿਹੜਾ ਜਮ ਹੈ ਨਾ ਉਹ ਮੇਰੀ ਬੁੱਧੀ ਨੂੰ ਸਵੀਕਾਰ ਨਹੀਂ ਕਰਦਾ, ਕਿਉਂਕਿ ਭਗਤਾਂ ਵਾਲੀ ਬਣ ਗਈ ਹੈ, ਇਹ ਨਾਮ ਸਿਮਰਨ ਵਾਲੀ, ਇਹ ਭਗਤਾਂ ਦੇ ਨਾਲ ਪਿਆਰ ਕਰਦੀ ਹੈ, ਆਦਰ ਕਰਦੀ ਹੈ, ਉਹ ਬੁੱਧੀ ਬਣ ਗਈ ਹੈ। ਤੇ ਜੇ ਪਹਿਲਾਂ ਵਾਲੀ ਹੁੰਦੀ ਫਿਰ ਤਾਂ ਜਮ ਨੇ ਸਵੀਕਾਰ ਕਰ ਲੈਣਾ ਸੀ, ਜਮ ਨਾਲ ਮੇਲ ਹੋਣਾ ਸੀ। ਹੁਣ ਜਮ ਵੀ ਮੇਰੇ ਨਾਲ ਮੇਲ ਨਹੀਂ ਰੱਖਦਾ। ਬੁੱਧ ਬਦਲੀ ਸਿੱਧ ਪਾਈ, ਸਿੱਧੀ ਪ੍ਰਾਪਤ ਹੋ ਗਈ, ਸੱਚ ਨੂੰ ਪਰਖਣ ਵਾਲੀ ਬੁੱਧੀ ਬਣ ਗਈ। ਇਸ ਤਰ੍ਹਾਂ ਇਹ ਜਿਹੜੀ ਮੇਰੀ ਬੁੱਧੀ ਰੂਪ ਨਦੀ ਸੀ ਨਾ, ਭਗਤੀ ਵਿੱਚ ਮਿਲ ਕਰਕੇ ਪਰਮਾਤਮਾ ਦੇ ਨਾਮ ਰੂਪ ਗੰਗਾ ਵਿੱਚ ਮਿਲ ਕੇ ਨਾਮ ਹੀ ਹੋ ਗਈ ਹੈ। ਭਗਤ ਜੀ ਕਹਿੰਦੇ ਮੈਂ ਦੁਹਾਈ ਪਾਉਣਾ, ਮੈਂ ਇਹ ਗੱਲ ਦੀ ਸਹੁੰ ਵੀ ਦੇ ਦਿੰਦਾ ਭਾਈ ਵੀ ਆ ਭਗਤ ਕਬੀਰ ਤਾਂ ਵਿਗੜ ਹੀ ਗਿਆ, ਪਰ ਵਿਗੜਿਆ ਕਿਹੋ ਜਿਹਾ ਹੈ ਉਹ ਵੀ ਹੁਣ ਤੁਸੀਂ ਸੁਣੀ ਚੱਲੋ। ਹੁਣ ਭਗਤ ਕਬੀਰ ਤਾਂ ਸੱਚ ਹੀ ਹੋ ਗਿਆ, ਸੱਚ ਨੇ ਨਾਲ ਮਿਲ ਕੇ ਸੱਚ ਪਰਮਾਤਮਾ ਦਾ ਰੂਪ ਹੀ ਹੋ ਚੁੱਕਿਆ ਹੈ। ਇਹਦੇ ਵਿੱਚ ਹੁਣ ਦੂਜੀ ਗੱਲ ਨਹੀਂ ਰਹੀ ਵੀ ਇਹ ਹੁਣ ਕੋਈ ਦੂਜੇ ਪਾਸੇ ਚਲਿਆ ਜਾਵੇਗਾ। ਅਨ ਕਤਹਿ ਨਾ ਜਾਈ, ਅਨ ਹੁਣ ਹੋਰ ਜੂਨਾਂ ਵਿੱਚ ਕਬੀਰ ਨੂੰ ਦੌੜਨਾ ਨਹੀਂ ਪਵੇਗਾ, ਭਟਕਣਾ ਨਹੀਂ ਪਵੇਗਾ। ਅਨ ਦੁਐਤ ਵਿੱਚ ਲੱਗ ਕਰਕੇ ਪਰਮਾਤਮਾ ਤੋਂ ਭੁੱਲ ਕੇ ਇਹ ਜਨਮ ਮਰਨ ਵਿੱਚ ਨਹੀਂ ਜਾਵੇਗਾ,
ਕਿਉਂ ਸਾਚ ਭਇਓ। ਕਬੀਰ ਤਾਂ ਹੁਣ ਸੱਚ ਹੀ ਹੋ ਗਿਆ ਪਰਮਾਤਮਾ ਨਾਲ ਮਿਲ ਕਰਕੇ। ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ। ਵਿਸ਼ਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਕਿ ਹੁਣ ਭਾਈ ਆ ਵੀ ਸੁਣੋ ਵੀ ਜਿਹੜਾ ਕੋਈ ਦਰਖਤ ਹੁੰਦਾ ਹੈ ਨਾ, ਉਸ ਨੂੰ ਚੰਦਨ ਦੀ ਸੰਗਤ ਮਿਲ ਜਾਵੇ, ਜਦੋਂ ਚੰਦਨ ਦੀ ਸੰਗਤ ਮਿਲ ਜਾਵੇ ਤਾਂ ਸਾਧ ਸੰਗਤ ਉਹਦੇ ਵਿੱਚ ਸੁਗੰਧੀ ਆਉਣ ਲੱਗ ਜਾਂਦੀ ਹੈ। ਜਿੱਥੇ ਭਗਤ ਕਬੀਰ ਜੀ ਨੇ ਬਚਨ ਕੀਤੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਆਪਣੇ ਆਸੇ ਪਾਸੇ ਜਿੰਨੇ ਵੀ ਦਰਖਤ ਬੂਟੇ ਹੁੰਦੇ ਨੇ ਸਾਰਿਆਂ ਨੂੰ ਸੁਗੰਧੀ ਵਾਲਾ ਬਣਾ ਦਿੰਦਾ ਹੈ। ਚੰਦਨ ਵਿੱਚ ਸੁਗੰਧੀ ਹੁੰਦੀ ਹੈ ਔਰ ਆਸੇ ਪਾਸੇ ਜਿੰਨੇ ਬੂਟੇ ਹੁੰਦੇ ਨੇ ਸਾਰਿਆਂ ਨੂੰ ਮਹਿਕਾ ਦਿੰਦਾ ਹੈ। ਇਸ ਤਰ੍ਹਾਂ ਭਗਤ ਜੀ ਕਹਿੰਦੇ ਚੰਦਨ ਕੈ ਸੰਗ ਤਰਵਰ ਬਿਗਰਿਓ। ਚੰਦਨ ਦੀ ਸੰਗਤ ਕਰਕੇ ਜਿਹੜਾ ਤਰਵਰ ਦਰਖਤ ਸੀ, ਭਾਵੇਂ ਉਹ ਨਿੰਮ ਦਾ ਸੀ, ਭਾਵੇਂ ਹਿਰੜ ਦਾ ਦਰਖਤ ਸੀ, ਭਾਵੇਂ ਕੋਈ ਹੋਰ ਬੂਟਾ ਸੀ, ਉਹ ਵੀ ਭਾਈ ਵਿਗੜ ਗਿਆ। ਸੋ ਤਰਵਰ ਚੰਦਨ ਹੋਏ ਨਿਬਰਿਓ। ਉਹ ਜਿਹੜਾ ਚੰਦਨ ਤਰਵਰ ਸੀ ਨਾ, ਰੁੱਖ ਸੀ, ਉਹ ਚੰਦਨ ਹੀ ਹੋ ਨਿਬੜਿਆ, ਚੰਦਨ ਹੀ ਬਣ ਗਏ, ਉਹਦੇ ਵਿੱਚ ਵੀ ਸੁਗੰਧੀ ਆਉਣ ਲੱਗ ਪਈ। ਇਸ ਤਰ੍ਹਾਂ ਜਿਹੜਾ ਪਰਮਾਤਮਾ ਦੇ ਪਿਆਰੇ ਸਨ ਉਹ ਚੰਦਨ ਦੀ ਤਰ੍ਹਾਂ ਨੇ। ਮਹਾਤਮਾ ਉਹਨਾਂ ਦੀ ਸੰਗਤ ਕਰਦਿਆਂ ਕਬੀਰ ਵੀ ਆਮ ਰੁੱਖ ਦੀ ਤਰ੍ਹਾਂ ਸੀ, ਨਿੰਮ ਦੀ ਤਰ੍ਹਾਂ, ਹਿਰੜ ਦੀ ਤਰ੍ਹਾਂ। ਪਰ ਭਗਤ ਜੀ ਕਹਿੰਦੇ ਅਸੀਂ ਉਹਨਾਂ ਮਹਾਤਮਾ ਦੀ ਸੰਗਤ ਕਰਦਿਆਂ ਵਿਗੜ ਜਾਣਾ ਕੀਤਾ। ਬੇਗਰਿਓ, ਬੇ ਨਾਮ ਹੈ ਦਵੈਤ ਦਾ, ਗਰਿਓ ਨਾਮ ਗਲਣ ਦਾ। ਸਾਡੇ ਅੰਦਰੋਂ ਜਿਹੜੀ ਦਵੈਤ ਸੀ ਉਹ ਗਲ ਗਈ। ਪਾਰਸ ਕੈ ਸੰਗ ਤਾਂਬਾ ਬਿਗਰਿਓ। ਸੋ ਤਰਵਰ ਚੰਦਨ ਹੋਏ ਨਿਬਰਿਓ। ਤੇ ਉਹ ਭਗਤ ਕਬੀਰ ਜੋ ਨਿੰਮ ਦੀ ਤਰ੍ਹਾਂ ਸੀ, ਉਹ ਕਹਿੰਦੇ ਚੰਦਨ ਹੀ ਹੋ ਨਿਬੜਿਆ। ਭਾਵ ਸਾਡੀ ਜਿਹੜੀ ਅੰਦਰ ਸੁਰਤ ਸੀ ਨਾ, ਉਹ ਪਰਮਾਤਮਾ ਦੇ ਨਾਮ ਦੇ ਨਾਲ ਨਾਮ ਵਿੱਚ ਹੀ ਮਿਲ ਗਈ, ਗੁਣਾਂ ਦੇ ਵਿੱਚ ਹੀ ਪਰੋਈ ਗਈ। ਪਾਰਸ ਕੈ ਸੰਗ ਤਾਂਬਾ ਬਿਗਰਿਓ। ਹੁਣ ਭਗਤ ਜੀ ਕਹਿੰਦੇ ਜਿਵੇਂ ਤਾਂਬਾ ਹੁੰਦਾ ਹੈ, ਜਦੋਂ ਪਾਰਸ ਦੇ ਨਾਲ ਉਸ ਨੂੰ ਛੂਹ ਪ੍ਰਾਪਤ ਹੋਈ। ਜਿਹੜਾ ਪਾਰਸ ਹੁੰਦਾ ਸਾਧ ਸੰਗਤ, ਇਹ ਅੱਠਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ। ਇਸ ਤਰ੍ਹਾਂ ਹੀ ਜਦੋਂ ਤਾਂਬੇ ਨੂੰ ਪਾਰਸ ਦੀ ਛੂਹ ਪ੍ਰਾਪਤ ਹੋਈ, ਸੰਗਤ ਮਿਲ ਗਈ। ਪਾਰਸ ਕੈ ਸੰਗ ਤਾਂਬਾ ਬਿਗਰਿਓ। ਜਦੋਂ ਉਹ ਪਾਰਸ ਦੇ ਤਾਈਂ ਤਾਂਬੇ ਦੀ ਸੰਗਤ ਮਿਲ ਗਈ ਤਾਂ ਕਹਿੰਦੇ ਉਹ ਵੀ ਵਿਗੜ ਗਿਆ। ਸੋ ਤਾਂਬਾ ਕੰਚਨ ਹੋਏ ਨਿਬਰਿਓ। ਉਹ ਤਾਂਬਾ ਪਹਿਲਾਂ ਵਾਂਗੂ ਨਹੀਂ ਰਿਹਾ, ਬਈ ਉਹਦਾ ਮੁੱਲ ਥੋੜ੍ਹਾ ਸੀ ਤੇ ਜਿਵੇਂ ਕਿਲੋਆਂ 'ਚ ਮਿਲ ਜਾਂਦਾ ਨਾ ਤਾਂਬਾ, ਪਰ ਕਹਿੰਦੇ ਉਹ ਤਾਂ ਤਾਂਬਾ ਹੁਣ ਸੋਨਾ ਬਣ ਗਿਆ ਤੇ ਸੋਨੇ ਦਾ ਮੁੱਲ ਦੇਖੋ ਕਿੰਨਾ ਹੁੰਦਾ। ਇਸ ਤਰ੍ਹਾਂ ਜਿਹੜਾ ਤਾਂਬਾ ਵਿਗੜਿਆ ਤਾਂ ਹੈ, ਪਰ ਉਹਨੇ ਆਪਣਾ ਸੁਭਾਅ ਪਹਿਲਾਂ ਵਾਲਾ ਤਿਆਗ ਦਿੱਤਾ ਤੇ ਹੋਰ ਕੀਮਤੀ ਹੋ ਗਿਆ, ਸੋਨੇ ਦੀ ਤਰ੍ਹਾਂ ਸ਼ੁੱਧ ਹੋ ਗਿਆ। ਸੋ ਤਾਂਬਾ ਕੰਚਨ ਹੋਏ ਨਿਬਰਿਓ, ਨਿਬੜ ਗਿਆ ਤਾਂਬਾ ਸੋਹਣਾ ਬਣ ਕਰਕੇ। ਇਸ ਤਰ੍ਹਾਂ ਹੀ ਭਗਤ ਜੀ ਕਹਿੰਦੇ ਜੋ ਮੇਰਾ ਮਨ ਸੀ ਨਾ ਤਾਂਬੇ ਦੀ ਤਰ੍ਹਾਂ, ਇਹ ਪਹਿਲਾਂ ਕਾਲਾਪਨ ਕਰਦਾ ਸੀ, ਪਹਿਲਾਂ ਇਹ ਵਿਸ਼ਿਆਂ ਵਿੱਚ ਤੇਜ਼ੀ ਕਰ ਜਾਂਦਾ ਸੀ, ਵਿਸ਼ਿਆਂ ਵਿੱਚ ਲੱਗ ਕਰਕੇ ਭੁੱਲ ਜਾਂਦਾ ਸੀ। ਪਰ ਗੁਰੂ ਸਾਹਿਬ ਜੀ ਪਾਰਸ ਦੀ ਤਰ੍ਹਾਂ ਹਨ। ਮੇਰੇ ਗੁਰੂ ਪਾਰਸ ਨੇ ਜਦੋਂ ਮੇਰੇ ਨਾਲ ਮਨ ਦੇ ਨਾਲ ਉਪਦੇਸ਼ ਸੁਹਾਅ ਦੇ ਨਾਲ ਕੀਤਾ, ਮੈਨੂੰ ਉਪਦੇਸ਼ ਕੀਤਾ ਰਾਮ ਕੇ ਰਾਮ ਜਪੋ, ਤਾਂ ਫਿਰ ਕਹਿੰਦੇ ਜਿਹੜਾ ਮੇਰਾ ਮਨ ਸੀ ਤਾਂਬੇ ਦੀ ਤਰ੍ਹਾਂ ਉਹ ਵਿਗੜ ਜਾਣਾ ਕੀਤਾ। ਸੋ ਤਾਂਬਾ ਕੰਚਨ ਹੋਏ ਨਿਬਰਿਓ। ਇਹ ਜਿਹੜਾ ਮੇਰਾ ਮਨ ਸੀ ਨਾ ਤਾਂਬਾ, ਉਹ ਕੰਚਨ ਸੋਹਣਾ ਹੋ ਗਿਆ, ਸ਼ੁੱਧ ਹੋ ਗਿਆ। ਪਹਿਲਾਂ ਜਿਹੜੇ ਇਹਦੇ ਅੰਦਰ ਵਿਕਾਰ ਸਨ, ਮੈਲ ਸੀ, ਮਨ ਦਾ ਸੁਭਾਅ ਬਣਿਆ ਹੋਇਆ ਸੀ, ਉਹ ਸਾਰਾ ਹੀ ਛੁੱਟ ਗਿਆ, ਉਹ ਔਗਣ ਸਾਰੇ ਹੀ ਤਿਆਗੇ ਗਏ ਤੇ ਇਹ ਕਬੀਰ ਹੁਣ ਸ਼ੁੱਧ ਹੋ ਗਿਆ ਹੈ। ਤਾਂਬਾ ਜਿਹੜਾ ਸੀ ਮਨ, ਇਹ ਸੋਨੇ ਦੀ ਤਰ੍ਹਾਂ ਸ਼ੁੱਧ ਹੋ ਗਿਆ। ਸੋਨੇ ਦਾ ਜਿਵੇਂ ਕੋਈ ਸਾਧ ਸੰਗਤ ਮੁੱਲ ਨਹੀਂ ਪਾ ਸਕਦਾ ਛੇਤੀ,
ਸੋਨਾ ਰੱਤੀਆਂ 'ਚ ਹੀ ਪ੍ਰਾਪਤ ਹੁੰਦਾ ਨਾ, ਕੋਈ ਕਿਲੋਆਂ 'ਚ ਥੋੜ੍ਹੀ ਲੈ ਸਕਦਾ। ਇਸ ਤਰ੍ਹਾਂ ਜਿਹੜਾ ਮੇਰਾ ਮਨ ਹੈ ਹੁਣ ਸ਼ੁੱਧ ਹੋ ਗਿਆ ਹੈ ਸੋਨੇ ਦੀ ਤਰ੍ਹਾਂ। ਸੰਗ ਕਬੀਰਾ ਬਿਗੜਿਓ। ਭਗਤ ਜੀ ਕਹਿੰਦੇ ਮੈਂ ਕਬੀਰ ਵੀ ਸੰਤਾਂ ਨਾਲ ਮਿਲ ਕੇ ਵਿਗੜ ਗਿਆ। ਸੰਤਾਂ ਨਾਲ ਮਿਲ ਕਰਕੇ ਪ੍ਰਭੂ ਦੇ ਪਿਆਰ ਦੇ ਵਿੱਚ ਗੁਣ ਗਾਉਣੇ, ਬੰਦਗੀ ਕਰਨੀ, ਸੰਤੋਖ ਰੱਖਣਾ, ਸਬਰ ਰੱਖਣਾ, ਵਿਕਾਰਾਂ ਤੋਂ ਬਚ ਕੇ ਰਹਿਣਾ, ਇਹ ਮਹਾਂਪੁਰਖਾਂ ਦਾ ਸੁਭਾਅ ਹੁੰਦਾ ਨਾ ਵੀ ਉਹ ਹਰ ਸਮੇਂ ਮਹਾਰਾਜ ਕਹਿੰਦੇ ਪਰਮਾਤਮਾ ਦੀ ਬੰਦਗੀ ਕਰਦੇ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੂਰਨ ਪੁਰਖ ਦੇ ਗੁਣ ਲਿਖੇ ਨੇ। ਮਹਾਰਾਜ ਕਹਿੰਦੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਜਿਹਨੇ ਰਾਮ ਦੇ ਨਾਮ ਦਾ ਮੰਤਰ ਲੈ ਲੈਣਾ ਕੀਤਾ ਵੀ ਕੇਵਲ ਨਾਮ ਹੀ ਜਪਣਾ ਹੈ। ਇਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਸਵਾਸ ਲੈਂਦਿਆਂ ਤੇ ਸਵਾਸ ਛੱਡਦਿਆਂ ਹਰ ਸਮੇਂ ਉਹ ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖਦੇ ਨੇ, ਕਦੇ ਭੁਲਾਉਂਦੇ ਨਹੀਂ ਹਨ। ਔਰ ਧਿਆਨ ਕਿਹੜਾ ਹੈ? ਸਰਬੱਤਰ ਪੂਰਨ ਹੈ। ਸਭ ਥਾਵਾਂ ਤੇ ਪਰਿਪੂਰਨ ਪਰਮਾਤਮਾ ਨੂੰ ਹੀ ਤੱਕਦੇ ਹਨ। ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਔਰ ਜਿਹੜਾ ਗਿਆਨ ਹੈ ਉਹ ਦੁੱਖ ਤੇ ਸੁੱਖ ਵਿੱਚ ਸਮਾਨ ਰਹਿੰਦੇ ਨੇ। ਦੁੱਖ ਵਿੱਚ ਉਹਨਾਂ ਦਾ ਮਨ ਹੇਠਾਂ ਨਹੀਂ ਆਉਂਦਾ ਤੇ ਸੁੱਖ ਦੇ ਵਿੱਚ ਉੱਪਰ ਨਹੀਂ ਚੜ੍ਹ ਜਾਂਦਾ। ਜਿਵੇਂ ਆਮ ਸੰਸਾਰੀ ਲੋਕਾਂ ਦੀ ਇਹ ਹਾਲਤ ਹੁੰਦੀ ਹੈ ਨਾ, ਤੇ ਸੁੱਖ ਦੇ ਵਿੱਚ ਪਤਾ ਹੀ ਨਹੀਂ ਕਦੋਂ ਸਮਾਂ ਲੰਘ ਜਾਂਦਾ ਹੈ। ਸੁੱਖ ਦੇ ਵਿੱਚ ਪਰਮਾਤਮਾ ਤੋਂ ਭੁੱਲ ਜਾਂਦੇ ਨੇ, ਔਗਣ ਕਮਾਉਂਦੇ ਨੇ, ਪਾਪ ਕਮਾਉਂਦੇ ਨੇ, ਔਰ ਕਹਿੰਦੇ ਅਸੀਂ ਕਰ ਰਹੇ ਹਾਂ ਵੀ ਸਾਡਾ ਸੁੱਖ ਵੱਧ ਗਿਆ। ਹੈ ਤਾਂ ਕਹਿੰਦੇ ਸੁੱਖ ਹੈ ਸਾਡੇ ਘਰ ਵਿੱਚ, ਪਰ ਉਹ ਦੁੱਖ ਕਮਾ ਰਹੇ ਨੇ। ਪਹਿਲਾਂ ਵੀ ਗੱਲ ਕੀਤੀ ਹੈ ਵੀ ਉਹ ਹੱਤਿਆ ਕਰ ਦਿੰਦੇ ਨੇ ਜੀਵਾਂ ਦੀ, ਸਿਰ ਤੇ ਪਾਪ ਚੜ੍ਹਾਈ ਜਾਂਦੇ ਨੇ, ਕਹਿੰਦੇ ਸਾਨੂੰ ਸੁੱਖ ਹੋ ਗਿਆ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਮਹਾਂਪੁਰਖ ਨੇ ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ ਕਿ ਉਹ ਸੁੱਖ ਵਿੱਚ ਵੀ ਪਰਮਾਤਮਾ ਨੂੰ ਚੇਤੇ ਰੱਖਦੇ ਨੇ, ਭਲਾ ਕਰਦੇ ਨੇ, ਸ਼ੁਕਰਾਨਾ ਕਰਦੇ ਨੇ, ਤੇ ਦੁੱਖ ਵਿੱਚ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ। ਦੁੱਖ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਸਮਝਦੇ ਨੇ। ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਉਹਨਾਂ ਦੀ ਜਿਹੜੀ ਜਿਉਣ ਦੀ ਜੁਗਤੀ ਨਿਰਮਲ ਹੁੰਦੀ ਹੈ। ਇਹ ਨਹੀਂ ਵੀ ਕਿਸੇ ਨੂੰ ਦੋਸ਼ ਦਿੱਤਾ ਵੀ ਤੂੰ ਮੈਨੂੰ ਦੁੱਖ ਦਿੱਤਾ ਹੈ, ਫਲਾਣੇ ਨੇ ਮੈਨੂੰ ਦੁੱਖ ਦਿੱਤਾ ਹੈ। ਉਹ ਦੋਸ਼ ਨਹੀਂ ਕਿਸੇ ਨੂੰ ਦਿੰਦੇ। ਉਪਦੇਸੰ ਸਮ ਮਿੱਤਰ ਸੱਤਰ ਹੈ। ਉਪਦੇਸ਼ ਕਰਦੇ ਨੇ, ਭਾਵੇਂ ਕੋਈ ਵੈਰੀ ਹੋਵੇ, ਭਾਵੇਂ ਕੋਈ ਮਿੱਤਰ ਹੋਵੇ, ਸਮਾਨ ਸਾਰਿਆਂ ਨੂੰ ਉਪਦੇਸ਼ ਕਰਦੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪੰਜ ਦੋਖ ਵਿਵਰਜਿਤ ਹੈ। ਉਹਨਾਂ ਨੇ ਪੰਜ ਦੋਖਾਂ ਨੂੰ ਆਪਣੇ ਜੀਵਨ ਦੇ ਅੰਦਰੋਂ ਰੋਕਿਆ ਹੋਇਆ ਹੈ, ਵਰਜ ਦੇਣਾ ਕੀਤਾ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਦੇ ਤਾਂ ਹੀ ਰੋਕਿਆ ਹੋਇਆ ਹੈ। ਭੋਜਨੰ ਗੋਪਾਲ ਕੀਰਤਨੰ, ਭੋਜਨ ਕਰਦੇ ਨੇ ਗੋਪਾਲ ਪਰਮਾਤਮਾ ਦੇ ਕੀਰਤਨ ਦਾ, ਕੀਰਤਨ ਦੇ ਆਸਰੇ ਰਹਿੰਦੇ ਨੇ। ਜਿਵੇਂ ਸਾਡਾ ਸਰੀਰ ਭੋਜਨ ਦੇ ਆਸਰੇ ਹੁੰਦਾ ਹੈ ਨਾ, ਖਾ ਲਿਆ ਪੀ ਲਿਆ, ਅਸੀਂ ਕਹਿੰਦੇ ਵੀ ਹੁਣ ਠੀਕ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਮਹਾਂਪੁਰਖ ਜਿਹੜੇ ਹਨ ਭਾਈ, ਉਹ ਗੋਪਾਲ ਪਰਮਾਤਮਾ ਦੇ ਭਜਨ ਦੇ ਆਸਰੇ ਹੁੰਦੇ ਨੇ। ਭਜਨ ਕਰਕੇ ਨਾਮ ਜਪ ਕੇ ਉਹਨਾਂ ਦਾ ਮਨ ਤ੍ਰਿਪਤ ਹੁੰਦਾ ਹੈ ਤੇ ਸਰੀਰ ਵੀ ਉਹਨਾਂ ਦਾ ਤੰਦਰੁਸਤ ਰਹਿੰਦਾ ਹੈ, ਸੁਖੀ ਰਹਿੰਦਾ ਹੈ, ਰੱਜਿਆ ਰਹਿੰਦਾ ਹੈ। ਅਲਪ ਮਾਇਆ ਜਲ ਕਮਲ ਰਹਿਤ ਹੈ। ਜਿਵੇਂ ਸਾਧ ਸੰਗਤ ਕਮਲ ਪਾਣੀ ਵਿੱਚ ਰਹਿੰਦਾ ਹੈ, ਅਲੇਪ ਰਹਿੰਦਾ, ਇਸ ਤਰ੍ਹਾਂ ਮਹਾਤਮਾ ਪਰਮਾਤਮਾ ਦੇ ਪਿਆਰੇ ਆਪਣੇ ਜੀਵਨ ਦੇ ਅੰਦਰ ਮਾਇਆ ਤੋਂ ਅਲੇਪ ਰਹਿੰਦੇ ਹਨ। ਉਹਨਾਂ ਦੇ ਇਹ ਗੁਣ ਨੇ। ਸਤਿਗੁਰੂ ਕਹਿੰਦੇ ਪਰ ਨਿੰਦਾ ਨਹਿ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣਕ ਹੈ। ਉਹ ਕਿਸੇ ਦੀ ਨਿੰਦਾ ਕੰਨਾਂ ਦੇ ਨਾਲ ਨਹੀਂ ਸੁਣਦੇ, ਰਸਨਾ ਦੇ ਨਾਲ ਤਾਂ ਕਿਸੇ ਨੇ ਨਿੰਦਿਆ ਕੀ ਕਰਨੀ, ਉਹ ਕਿਸੇ ਦੀ ਨਿੰਦਾ ਕੰਨਾਂ ਦੇ ਨਾਲ ਵੀ ਨਹੀਂ ਸੁਣਦੇ। ਭਾਈ ਚੁੱਪ ਕਰ ਜਾ, ਤੂੰ ਕਿਸੇ ਦੀ ਕਿਉਂ ਨਿੰਦਿਆ ਕਰਦਾ ਹੈ। ਇਸ ਤਰ੍ਹਾਂ ਜਿੰਨਾ ਸਮਾਂ ਪੂਰੀ ਗੱਲ ਪਤਾ ਨਹੀਂ ਉਹਨਾਂ ਸਮਾਂ ਕਰਨੀ ਨਹੀਂ ਚਾਹੀਦੀ। ਇਹ ਨਿੰਦਿਆ ਹੁੰਦੀ ਹੈ ਨਾ
ਵੀ ਅਸੀਂ ਗੱਲਾਂ ਦਾ ਸਵਾਦ ਲੈਣ ਵਾਸਤੇ ਚੰਗੇ ਮਾੜੇ ਦੀ ਵਿਚਾਰ ਨਹੀਂ ਕਰਦੇ, ਪਰ ਜਿਹੜੇ ਮਹਾਂਪੁਰਖ ਨੇ ਉਹ ਕਿਸੇ ਦੀ ਨਿੰਦਿਆ ਨਹੀਂ ਸੁਣਦੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਜੀਵਨ ਐਸਾ ਹੁੰਦਾ ਹੈ, ਆਪ ਤਿਆਗ ਸਗਲ ਰੇਣ ਕਹਿ। ਆਪਾ ਭਾਵ ਤਿਆਗ ਕਰਕੇ ਉਹ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਨੇ, ਸਾਰਿਆਂ 'ਚੋਂ ਪਰਮਾਤਮਾ ਨੂੰ ਦੇਖਦੇ ਨੇ। ਖੱਟ ਲਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸੋਜਨ ਹੈ। ਇਹ ਸਤਿਗੁਰੂ ਕਹਿੰਦੇ 6 ਲੱਛਣ ਹਨ ਪੂਰਨ ਪੁਰਖ ਦੇ, ਔਰ ਉਸ ਦਾ ਨਾਮ ਹੁੰਦਾ ਹੈ ਸਾਧੂ। ਜਿਹਨੇ ਆਪਣੇ ਮਨ ਨੂੰ ਸਵਾਰਿਆ ਹੈ, ਸਾਧਿਆ ਹੋਇਆ ਹੈ, ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਭਗਤ ਜੀ ਕਹਿੰਦੇ ਮੈਂ ਕਬੀਰ ਵੀ ਸੰਤਾਂ ਪਰਮਾਤਮਾ ਦੇ ਪਿਆਰਿਆਂ ਨਾਲ ਮਿਲ ਕੇ ਵਿਗੜ ਗਿਆ ਹਾਂ, ਭਾਵ ਮੈਂ ਪਹਿਲਾਂ ਵਾਲਾ ਕਬੀਰ ਨਹੀਂ ਰਿਹਾ, ਮੈਂ ਭਗਤੀ ਵਾਲਾ, ਨਾਮ ਸਿਮਰਨ ਵਾਲਾ, ਪ੍ਰਭੂ ਦੀ ਬੰਦਗੀ ਕਰਨ ਵਾਲਾ ਹੋ ਗਿਆ ਹਾਂ। ਤੇ ਇਹ ਵੀ ਵਿਗੜਨਾ ਹੀ ਹੈ, ਇਹ ਤੁਹਾਡੇ ਅਨੁਸਾਰ ਵਿਗੜਨਾ ਹੈ, ਪਰ ਮੇਰੇ ਅਨੁਸਾਰ ਤਾਂ ਸੁਧਾਰ ਹੋਣਾ ਹੈ। ਭਗਤ ਜੀ ਕਹਿੰਦੇ ਇਸ ਤਰ੍ਹਾਂ ਭਾਈ ਮੈਂ ਵੀ ਪਰਮਾਤਮਾ ਦੇ ਪਿਆਰਿਆਂ ਦੇ ਨਾਲ ਮਿਲ ਕੇ ਐਸਾ ਹੀ ਵਿਗੜਿਆ ਹਾਂ। ਉਹ ਕਬੀਰ ਰਾਮੈ ਹੋਏ ਨਿਬਰਿਓ। ਉਹ ਕਬੀਰ ਤਾਂ ਕਹਿੰਦੇ ਹੁਣ ਰਾਮ ਪਰਮਾਤਮਾ ਦਾ ਸਰੂਪ ਹੋ ਕੇ ਨਿਬੇੜਾ ਹੋ ਗਿਆ, ਪਰਮਾਤਮਾ ਹੀ ਹੋ ਗਿਆ। ਅਬ ਤੋਂ ਚੜੇ ਜਾਏ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਹੁਣ ਕਬੀਰ ਤੇ ਪਰਮਾਤਮਾ ਇੱਕ ਹੀ ਹੋ ਗਿਆ, ਕੋਈ ਪਛਾਣ ਨਹੀਂ ਕਰ ਸਕਦਾ ਵੀ ਕਬੀਰ ਕੌਣ ਸੀ ਤੇ ਪਰਮਾਤਮਾ ਕੌਣ ਹੈ। ਭਾਵ ਪ੍ਰਭੂ ਪਰਮਾਤਮਾ ਆਪਣੇ ਪਿਆਰਿਆਂ ਵਿੱਚ ਸਾਧ ਸੰਗਤ ਦਿਖਾਈ ਦਿੰਦਾ ਹੈ। ਪਰਮਾਤਮਾ ਦੇ ਪਿਆਰੇ ਨਾਮ ਜਪ ਕੇ, ਸੇਵਾ ਕਰਕੇ, ਸਿਮਰਨ ਕਰਕੇ ਐਸੇ ਵਾਹਿਗੁਰੂ 'ਚ ਮਿਲ ਜਾਂਦੇ ਨੇ, ਜਿਸ ਤਰ੍ਹਾਂ ਸੰਤ ਗਿਆਨੀ ਠਾਕੁਰ ਸਿੰਘ। ਐਸਾ ਜੀਵਨ ਹਰ ਸਮੇਂ ਬੰਦਗੀ ਕਰਦੇ ਰਹਿਣਾ। ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਤਾਈ ਸਿੰਘਾਂ ਨੇ ਕਿਹਾ, ਮਹਾਂਪੁਰਖੋ ਬਾਬਾ ਠਾਕੁਰ ਸਿੰਘ ਜੀ ਦਾ ਤੁਸੀਂ ਇੰਨਾ ਸਤਿਕਾਰ ਕਿਉਂ ਕਰਦੇ ਹੋ, ਹਰ ਸਮੇਂ ਝੁਕ ਕੇ ਫਤਿਹ ਬੁਲਾਉਂਦੇ ਹੋ, ਉਹਨਾਂ ਦੇ ਅਨੁਸਾਰੀ ਹੋ ਕੇ ਰਹਿੰਦੇ ਹੋ, ਜੋ ਉਹਨਾਂ ਨੇ ਕਹਿ ਦਿੱਤਾ ਸੱਤ ਹੋ ਗਿਆ। ਮਹਾਂਪੁਰਖ ਕਹਿੰਦੇ ਭਾਈ ਤੁਹਾਨੂੰ ਨਹੀਂ ਪਤਾ ਇਹ ਦੁਨੀਆ ਤੇ ਤੁਰਦਾ ਫਿਰਦਾ ਰੱਬ ਹੈ। ਇੰਨੀ ਜ਼ਿਆਦਾ ਬੰਦਗੀ, ਸਾਧ ਸੰਗਤ ਹਰ ਸਮੇਂ ਜੱਥੇ ਦੇ ਸਿੰਘਾਂ ਨੂੰ ਕਹਿਣਾ ਕਿ ਮੈਨੂੰ ਬਾਣੀ ਸੁਣਾਓ। ਹੁਣ ਵੀ ਐਸੇ ਸਮੇਂ ਸਿੰਘ ਹਨ ਜਿਨ੍ਹਾਂ ਨੇ 8-8 ਘੰਟੇ ਮਹਾਂਪੁਰਖਾਂ ਨੂੰ ਲਗਾਤਾਰ ਬਾਣੀ ਸੁਣਾਈ। ਇੱਕ ਸਿੰਘ ਨੇ ਦੱਸਿਆ ਕਿ ਮੈਂ ਮਹਾਂਪੁਰਖਾਂ ਨੂੰ ਬਾਣੀ ਸੁਣਾ ਰਿਹਾ ਸੀ ਤੇ ਰਾਤ ਦੇ ਤਕਰੀਬਨ 8-10 ਵੱਜ ਗਏ ਤੇ ਮੇਰੇ ਮਨ 'ਚ ਖਿਆਲ ਆਇਆ ਵੀ ਹੁਣ ਮਹਾਂਪੁਰਖ ਮੈਨੂੰ ਕਹਿਣਗੇ ਵੀ ਬਾਣੀ ਸਮਾਪਤ ਕਰਕੇ ਕੀਰਤਨ ਸੋਹਲਾ ਸਾਹਿਬ ਪੜ੍ਹ ਦੇ। ਤੇ ਕਹਿੰਦਾ ਵੀ ਮੈਂ ਸੋਚਿਆ ਵੀ ਮੈਨੂੰ ਮਹਾਂਪੁਰਖ ਹੁਣ ਛੁੱਟੀ ਦੇ ਦੇਣਗੇ, ਕਿਉਂਕਿ ਸਿੰਘ ਸੰਥਿਆ ਵੀ ਕਰਦੇ ਸਨ ਤੇ ਜੱਥੇ ਦੇ ਵਿੱਚ ਸਿੰਘਾਂ ਦੀਆਂ ਡਿਊਟੀਆਂ ਵੀ ਲੱਗਦੀਆਂ ਨੇ, ਵੀ 4-4 5-5 ਘੰਟੇ ਸੇਵਾ ਵਾਸਤੇ ਮਿਲਦੇ ਵੀ ਭਾਈ ਤੂੰ ਆਹ 5 ਘੰਟੇ ਸੇਵਾ ਕਰਨੀ ਹੈ। ਕਿਸੇ ਨੂੰ ਕੋਈ ਸੇਵਾ ਮਿਲਦੀ ਹੈ, ਕਿਸੇ ਨੂੰ ਕੋਈ ਸੇਵਾ ਮਿਲਦੀ ਹੈ। ਇਹ ਟਕਸਾਲ ਦੇ ਸਿੰਘ ਐਵੇਂ ਨਹੀਂ ਹੁੰਦੇ, ਇਹ ਘੜੇ ਹੁੰਦੇ ਹਨ ਸਾਧ ਸੰਗਤ। ਇਹ ਮੇਰੀ ਆਪਣੀ ਕੋਈ ਵਡਿਆਈ ਨਹੀਂ ਹੈ, ਇਹ ਤਾਂ ਮਹਾਂਪੁਰਖਾਂ ਨੇ ਜਿਹੜੇ ਉੱਥੇ ਸੰਸਕਾਰ ਦਿੱਤੇ ਹੋਏ ਨੇ। ਤੇ 5-5 ਘੰਟੇ ਸਿੰਘਾਂ ਤੋਂ ਵੈਸੇ ਵੀ ਸੇਵਾ 'ਤੇ ਲਏ ਜਾਂਦੇ ਹਨ, ਫਿਰ ਜਿਹੜੀ ਸੰਥਿਆ ਕਰਾਈ ਜਾਂਦੀ ਹੈ ਉਸ ਨੂੰ ਕਈ ਵਾਰ ਪੜ੍ਹਨਾ, ਦੁਹਰਾਈ ਕਰਨੀ। ਤੇ ਮਹਾਂਪੁਰਖਾਂ ਕੋਲ ਉਹ ਸਿੰਘ ਬਾਣੀ ਸੁਣਾ ਰਿਹਾ ਸੀ। ਮਹਾਂਪੁਰਖ ਕਹਿਣ ਲੱਗੇ ਭਾਈ ਇੱਕ ਸੁਖਮਣੀ ਸਾਹਿਬ ਹੋਰ ਸੁਣਾ ਦੇ। ਤੇ ਉਸ ਨੇ ਪਾਠ ਸੁਣਾ ਕਰਕੇ ਫਿਰ ਮਹਾਂਪੁਰਖ ਕਹਿੰਦੇ ਕੀਰਤਨ ਸੋਹਿਲਾ ਸਾਹਿਬ ਪੜ੍ਹ ਦੇ ਭਾਈ। ਤਾਂ ਉਸ ਸਮੇਂ ਕਹਿੰਦਾ ਵੀ ਮੈਂ ਮਹਾਂਪੁਰਖਾਂ ਕੋਲੋਂ ਛੁੱਟੀ ਲੈ ਕੇ ਗਿਆ ਤੇ ਜਦੋਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕੀਤਾ ਤੇ ਸਵੇਰੇ ਮੈਂ 3 ਵਜੇ ਫੇਰ ਉੱਠ ਖੜਿਆ। ਜਦੋਂ 3 ਵਜੇ ਉੱਠਿਆ ਤੇ ਮਹਾਂਪੁਰਖ ਮੈਂ ਜਾ ਕੇ ਦੇਖਿਆ ਵੀ ਮੈਂ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਸੀ ਤੇ ਮਹਾਂਪੁਰਖ ਇੱਕ ਸਿੰਘ ਤੋਂ ਫੇਰ ਬਾਣੀ ਸੁਣੀ ਜਾਣ। ਕਹਿੰਦਾ ਮੈਂ ਹੈਰਾਨ ਵੀ ਮਹਾਂਪੁਰਖ ਆਰਾਮ ਕਿਹੜੇ ਸਮੇਂ ਕਰਦੇ, ਇੰਨਾ ਬਾਣੀ ਦਾ ਪ੍ਰੇਮ, ਇੰਨਾ ਬਾਣੀ ਦਾ ਰਸ ਹੈ। ਸੋ ਐਸੇ ਮਹਾਂਪੁਰਖ ਹੋਇਆ ਕਰਦੇ ਜਿਹੜੇ ਦਿਨ ਰਾਤ 8 ਪਹਿਰ ਇੱਕ ਤੇ ਲਿਵੈ, ਮੰਨੇ ਨ ਹੁਕਮ ਅਪਾਰ,
ਇੱਕ ਪਰਮਾਤਮਾ ਦੀ ਲਿਵ ਜੁੜੀ ਹੋਈ ਹੈ। ਸੋ ਅਸੀਂ ਬਾਹਲਾ ਤਾਂ ਨਹੀਂ ਕਰ ਸਕਦੇ ਸਾਧ ਸੰਗਤ, ਅੰਮ੍ਰਿਤ ਵੇਲੇ ਜ਼ਰੂਰ ਉੱਠੋ ਭਾਈ, ਨਿਤਨੇਮੀ ਬਣੋ, ਬਾਣੀ ਨਾਲ ਪਿਆਰ ਕਰੋ, ਕੀਰਤਨ ਸੁਣੋ, ਕਥਾ ਸੁਣੋ, ਗੁਰੂ ਸ਼ਬਦ ਦਾ ਅਭਿਆਸ ਕਰੋ। ਜਿੱਥੇ ਸਾਨੂੰ ਸਤਿਗੁਰਾਂ ਨੇ ਇੰਨੀ ਬਖਸ਼ਿਸ਼ ਕੀਤੀ ਹੈ, ਉਪਦੇਸ਼ ਕਿੰਨਾ ਬਖਸ਼ਿਆ ਗੁਰਬਾਣੀ ਅੰਦਰ। ਦੇਖੋ, ਜਦੋਂ ਮਨ ਜੋੜ ਕੇ ਬਾਣੀ ਨੂੰ ਪੜ੍ਹਾਂਗੇ ਫਿਰ ਮਨ ਵੀ ਸੁਖੀ ਹੋ ਜਾਂਦਾ ਹੈ, ਤਨ ਸਰੀਰ ਵੀ ਸੁਖੀ ਹੋ ਜਾਂਦਾ ਹੈ, ਔਰ ਇਹ ਜਨਮ ਵੀ ਸਫਲਾ ਹੋ ਜਾਂਦਾ ਹੈ। ਸੋ ਐਸੇ ਸਿੰਘ, ਐਸੇ ਮਹਾਂਪੁਰਖਾਂ ਦੀ ਸੰਗਤ ਵੀ ਕਰਨੀ ਚਾਹੀਦੀ ਹੈ, ਜਿਹੜੇ ਆਪ ਵੀ ਜਪਦੇ ਨੇ, ਦੂਜਿਆਂ ਨੂੰ ਵੀ ਜਪਾਉਂਦੇ ਨੇ। ਸਤਿਗੁਰੂ ਮਹਾਰਾਜ ਸਾਨੂੰ ਕਹਿੰਦੇ ਭਾਈ, ਜਿਹੜਾ ਪਰਮਾਤਮਾ ਨਾਲ ਮਿਲ ਜਾਂਦਾ ਹੈ ਉਹ ਪਰਮਾਤਮਾ ਹੀ ਹੋ ਜਾਂਦਾ ਹੈ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਹੀ। ਇੱਥੇ ਭਗਤ ਜੀ ਨੇ ਦੋਹਾਂ ਧਰਮਾਂ ਦਾ ਨਿਰਣਾ ਕਰਕੇ ਆਪਣੀ ਅਵਸਥਾ ਦੱਸੀ ਹੈ ਕਿ ਅਸੀਂ ਪਰਮਾਤਮਾ ਦੇ ਪਿਆਰਿਆਂ ਨਾਲ ਮਿਲ ਕੇ ਪਰਮਾਤਮਾ ਹੀ ਹੋ ਗਏ ਹਾਂ। ਕਿਉਂਕਿ ਭਗਤ ਕਬੀਰ ਜੀ ਮਹਾਤਮਾ ਗੁਰਮੁਖਾਂ ਦੀ ਸੇਵਾ ਕਰਿਆ ਕਰਦੇ ਔਰ ਦਿਨ ਰਾਤ ਪਰਮਾਤਮਾ ਦੀ ਬੰਦਗੀ ਕਰਿਆ ਕਰਦੇ। ਐਸਾ ਉਹਨਾਂ ਮਹਾਂਪੁਰਖਾਂ ਦਾ ਜੀਵਨ ਅਸੀਂ ਵੀ ਜੀਵਨ ਤੋਂ ਸਿੱਖਿਆ ਲੈਣੀ ਹੈ। ਸਤਿਗੁਰੂ ਸਾਡੇ 'ਤੇ ਵੀ ਰਹਿਮਤ ਕਰਨ, ਸਾਨੂੰ ਵੀ ਨਾਮ ਭਗਤੀ ਦੇ ਨਾਲ ਨਿਵਾਜਣ, ਔਗਣਾਂ ਤੋਂ ਛੁਡਾ ਕੇ ਗੁਣਾਂ ਦੇ ਵਿੱਚ ਰੱਖਣ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਨਾਮੈ ਹੋਏ ਨਿਰਗਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।